जो धन गुरु ग्रंथ साहिब पातशाह जी की बाणी दियां लड़ीवार विचारां रोज़ाना आप संगतां गुरु दरबार अंदर जुड़ करके और अपने अपने घरां दे विच टैलीविज़न और मीडिया के माध्यम राहीं इस स्थान तो सरवण करदियां हो उन्हां चल रही लड़ीवार गुरबाणी विचारां दे नाल सांझ पाईए। विचारा आरंभण तो पहला गुरु पातशाह कृपा करन अपना मेहर भरिया हाथ सिर ते रखण और आप सरबत संगत बख्शो असीस कोई रसना वांझी ना रहे। दोवें हथ जोड़ अपनियां मन बिरतियां एकागर करदियां लवाओ गुरु चरनां विच हाज़री। अदब सहित सरबत संगत मिल करके उचारण करो जी सतनाम श्री वाहे गुरु साहिब जी। एक बार फिर करो रसनावां पवित्र दोवें हथ जोड़ मिल के आखो जी सतनाम श्री वाहे गुरु साहिब जी। वाहे गुरु साहिब जी। श्लोक शेख फरीद के एक ओंकार सत गुर प्रसाद। फरीदा एक ना आटा अगला एकना नाही लोण। अगे गए संजाप सन चोटा खासी कौन। जिस पावन शब्द का पाठ आप संगत ने बड़े अदब सत्कार दे नाल भाई साहब होरां पासों सरवण कीता है। ये पावन बचन बाबा फरीद जी दे मुखार बिन तो उचारण कीता होया। श्लोक शेख फरीद के सिरलेख हेठ गुरु ग्रंथ साहिब पातशाह जी दे पावन अंग 1380 दे उपर सुभायमान है। इहदे तो पहला आप संगतां 43 श्लोकां तक दी विचार जो है वो कल दे दीवाना तक श्रवण कर चुकियां हो। अज अगलेरे 3 श्लोकां दा पाठ आप संगत ने श्रवण कीता है। सब तो पहला अज बाबा फरीद जी ने जिहड़ा जिक्र कीता ਉਹਦੇ ਵਿੱਚ आखदे भी संसार दे उत्ते जिहड़े जीव ने रब ने बनाए उन्हां दे विच 2 तरह दे शख्स रब ने पैदा कीते ने। ते इत्थे आपां कह सकदे हां भी जे संसारक रीत नूं चलाउणा ना संसार नूं चलाउणा ते ओहदे लई 2
ਚੀਜ਼ਾਂ ਦਾ ਹੋਣਾ ਲਾਜ਼ਮੀ ਹੈ। ਜੇ ਦੋ ਪਹਿਲੂ ਹੋਣਗੇ ਤਾਂ ਹੀ ਸਫ਼ਰ ਜਿਹੜਾ ਉਹ ਤੈਅ ਕਰ ਸਕਦੇ ਆ। ਕਿਉਂਕਿ ਜ਼ਿੰਦਗੀ ਨੂੰ ਨਾ ਜੇ ਆਪਾਂ ਇੱਕ ਪਾਣੀ ਦੇ ਵਹਾਅ ਵਾਂਗੂ ਵੇਖਾਂਗੇ ਤੇ ਪਾਣੀ ਦਾ ਵਹਾਅ ਕਦੇ ਵੀ ਇੱਕ ਕਿਨਾਰੇ ਦੇ ਉੱਤੇ ਨਹੀਂ ਚੱਲਿਆ, ਦੋ ਕਿਨਾਰੇ ਹੁੰਦੇ ਤੇ ਪਾਣੀ ਦਾ ਵਹਾਅ ਚੱਲਦਾ ਹੈ। ਤੇ ਜ਼ਿੰਦਗੀ ਸਾਡੀ ਪਾਣੀ ਵਾਂਗ ਹੈ ਤੇ ਇਸ ਜ਼ਿੰਦਗੀ ਦੇ ਪਾਣੀ ਨੇ ਵੀ ਤਾਂ ਹੀ ਵਗਣਾ, ਤਾਂ ਹੀ ਵਹਿਣਾ ਜੇ ਸਾਡੇ ਕੋਲ ਦੋ ਕਿਨਾਰੇ ਨੇ। ਇਸ ਗੱਲ ਨੂੰ ਆਪਾਂ ਜੇ ਇਸ ਤਰੀਕੇ ਨਾਲ ਸਮਝ ਲਈਏ ਨਾ ਵੀ ਜੇ ਰੱਬ ਨੇ ਕੁਦਰਤ ਬਣਾਈ ਤੇ ਕੁਦਰਤ ਬਣਾਉਣ ਲੱਗਿਆਂ ਉਹਨੇ ਆਪਾਂ ਆਮ ਕਰਕੇ ਜੋ ਮੰਨਿਆ ਜਾਂਦਾ 84 ਲੱਖ ਜੂਨਾਂ ਮੰਨੀਆਂ ਜਾਂਦੀਆਂ। ਇਹਨਾਂ 84 ਲੱਖ ਜੂਨਾਂ ਦੇ ਵਿੱਚ ਰੱਬ ਨੇ ਨਰ ਔਰ ਮਾਦਾ ਦੋ ਸ਼ਖਸ ਪੈਦਾ ਕੀਤੇ। ਨਰ ਔਰ ਮਾਦਾ ਇਹ ਦੋਵੇਂ ਜੀਵ ਰੱਬ ਨੇ ਬਣਾਏ। ਸਾਨੂੰ ਤਾਂ ਪਤਾ ਲੱਗਾ ਕਿਉਂਕਿ ਅਸੀਂ ਮਾਦਾ ਔਰ ਨਰ ਦੋਵਾਂ ਨੂੰ ਵੇਖਿਆ। ਤੇ ਜੇ ਰੱਬ ਇੱਕੋ ਹੀ ਸ਼ਖਸ ਬਣਾਉਂਦਾ ਸਾਨੂੰ ਇਹ ਨਹੀਂ ਸੀ ਪਤਾ ਲੱਗਣਾ ਵੀ ਅਸੀਂ ਨਰ ਕਹਿਣਾ ਕਿ ਮਾਦਾ ਆਖਣਾ, ਨਹੀਂ ਸੀ ਪਤਾ ਲੱਗਣਾ। ਇਸੇ ਤਰ੍ਹਾਂ ਦੁੱਖ ਤੇ ਸੁੱਖ, ਅਮੀਰੀ ਤੇ ਗਰੀਬੀ, ਖੁਸ਼ੀ ਤੇ ਗਮੀ, ਦਿਨ ਤੇ ਰਾਤ, ਧਰਤੀ ਤੇ ਆਕਾਸ਼, ਦੋ ਪਹਿਲੂ ਨੇ। ਹਰ ਚੀਜ਼ ਦੇ ਦੋ ਪਹਿਲੂ ਨੇ। ਅੱਜ ਬਾਬਾ ਫਰੀਦ ਜੀ ਨੇ ਜਿਹੜਾ ਜ਼ਿਕਰ ਕੀਤਾ ਨਾ ਇਹਦੇ ਸ਼ਲੋਕ ਵਿੱਚ ਵੀ ਬਾਬਾ ਫਰੀਦ ਜੀ ਨੇ ਦੋ ਪਹਿਲੂ ਹੀ ਰੱਖੇ ਸਾਡੇ ਸਾਹਮਣੇ। ਕਹਿੰਦੇ ਕੁਝ ਕੁ ਸ਼ਖਸ ਰੱਬ ਦੇ ਐਸੇ ਬਣਾਏ ਹੋਏ ਨੇ ਜਿਨ੍ਹਾਂ ਕੋਲ ਨਾ ਮਾਇਕ ਪਦਾਰਥਾਂ ਦੀ ਕਮੀ ਕੋਈ ਨਹੀਂ। ਏਦਾਂ ਮੰਨੋ ਜਿਵੇਂ ਆਟਾ ਉਹਨਾਂ ਦੇ ਕੋਲ ਹੋਵੇ ਵੀ ਬਹੁਤ ਮਾਤਰਾ ਵਿੱਚ, ਬਹੁਤ ਗਿਣਤੀ ਵਿੱਚ, ਇੱਕ ਨਾ ਆਟਾ ਅਗਲਾ ਤੋਂ ਭਾਵ ਬਹੁਤਾ। ਏਦਾਂ ਮਾਇਕ ਪਦਾਰਥ ਨੇ ਉਹਨਾਂ ਦੇ ਕੋਲ ਜਿਹੜੇ ਆਪਾਂ ਪਿੱਛੇ ਵਿਚਾਰ ਕੇ ਆਏ ਨਾ, ਇਹ ਵਿਸ ਗੰਦਲਾਂ, ਧਰੀਆਂ, ਖੰਡ, ਲਿਵਾੜ, ਉਹ ਜਿਹੜੀਆਂ ਗੰਦਲਾਂ ਨੇ ਨਾ ਵਿਸ ਦੀਆਂ, ਜ਼ਹਿਰ ਦੀਆਂ, ਮਾਇਕ ਪਦਾਰਥ ਜਿਹੜੇ ਨੇ ਉਹ ਬਹੁਤ ਗਿਣਤੀ ਵਿੱਚ ਨੇ। ਉਹਨਾਂ ਨੂੰ ਇਹ ਵੀ ਨਹੀਂ ਖਿਆਲ ਵੀ ਸਾਡੇ ਕੋਲ ਕਿਹੜੇ ਪਦਾਰਥ ਹਨ ਤੇ ਕਿਹੜੇ ਨਹੀਂ। ਇੰਨੀ ਗਿਣਤੀ ਵਿੱਚ ਵੀ ਉਹ ਪਦਾਰਥ ਹੀ ਭੁੱਲ ਜਾਂਦੇ ਨੇ ਸਾਡੇ ਕੋਲ ਕਿੰਨੇ ਪਦਾਰਥ ਮੌਜੂਦ ਨੇ, ਕਿੰਨੀਆਂ ਵਸਤੂਆਂ ਮੌਜੂਦ ਨੇ, ਗਿਣਤੀ ਭੁੱਲ ਗਈ। ਇੰਨਾ ਪਦਾਰਥ ਉਹਨਾਂ ਕੋਲ ਪਿਆ। ਇੱਕ ਤੇ ਇਸ ਤਰ੍ਹਾਂ ਦੇ ਜੀਵ ਜਿਹੜੇ ਰੱਬ ਨੇ ਬਣਾਏ। ਫਿਰ ਦੂਜਾ ਪੱਖ ਰੱਖਦੇ ਨੇ ਇੱਕ ਨਾ ਹੀ ਲੋਣ। ਤੇ ਇਸੇ ਸੰਸਾਰ ਵਿੱਚ ਰੱਬ ਨੇ ਏਦਾਂ ਦੇ ਵੀ ਜੀਵ ਪੈਦਾ ਕੀਤੇ ਜਿਨ੍ਹਾਂ ਕੋਲ ਲੂਣ ਬਰਾਬਰ ਵੀ ਨਹੀਂ ਹੈ ਪਦਾਰਥ। ਭਾਵ ਉਹਨਾਂ ਕੋਲ ਇਹ ਵੀ ਕਹਿ ਸਕਦੇ ਹਾਂ ਵੀ ਲੋੜੀਂਦੀਆਂ ਵਸਤੂਆਂ ਵੀ ਉਹਨਾਂ ਕੋਲ ਨਹੀਂ। ਉਹਨਾਂ ਨੂੰ ਆਪਣੀਆਂ ਲੋੜੀਂਦੀਆਂ ਵਸਤੂਆਂ, ਲੋੜ ਵਾਲੇ ਪਦਾਰਥ ਵੀ ਜਿਹੜੇ ਨਾ ਉਹ ਮੰਗਣੇ ਪੈਂਦੇ, ਜ਼ਰੂਰਤ ਵਾਲੇ ਪਦਾਰਥ ਵੀ ਮੰਗਣੇ ਪੈਂਦੇ। ਜਿਵੇਂ ਮੈਂ ਇਹਨੂੰ ਹੋਰ ਥੋੜਾ ਜਿਹਾ ਉਦਾਹਰਨ ਰੂਪ ਰੱਖ ਕੇ ਤੇ ਗੱਲ ਛੇਤੀ ਪਕੜ ਵਿੱਚ ਆਵੇ। ਕਈਆਂ ਦੇ ਕੋਲ ਘਰੇ 36 ਪ੍ਰਕਾਰ ਦੇ ਭੋਜਨ ਬਣੇ ਪਏ ਤੇ ਅਗਲੇ ਉਹ ਵੀ ਨਹੀਂ ਖਾਂਦੇ। ਕਹਿੰਦੇ ਵੀ ਅਸੀਂ ਨਹੀਂ ਖਾਣੇ, ਉਹ ਸਾਡੇ ਨਾ ਤੇ ਸਾਨੂੰ ਪੇਟ ਕਰਕੇ ਭੁੱਖ ਹੈ ਤੇ ਨਾ ਹੀ ਸਾਡਾ ਚਿੱਤ ਕਰਦਾ, ਨਾ ਹੀ ਸਾਡਾ ਮਨ ਕਰ ਰਿਹਾ, ਅਸੀਂ ਇਹ ਭੋਜਨ ਨਹੀਂ ਛਕਣਾ। ਉਹ 36 ਪ੍ਰਕਾਰ ਦੇ ਪਦਾਰਥਾਂ ਨੂੰ ਵੀ ਇਨਕਾਰ ਕਰ ਦਿੰਦੇ। ਤੇ ਇੱਕ ਬੰਦਾ ਉਹ ਹੈ ਜਿਹਦੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਤੇ ਛੱਡੋ, ਉਹਦੇ ਘਰ 'ਚ ਰੋਟੀ ਵੀ ਹੈ ਨਹੀਂ, ਪ੍ਰਸ਼ਾਦਾ ਵੀ ਹੈ ਨਹੀਂ, ਉਹ ਵੀ ਮੰਗ ਕੇ ਖਾ ਰਿਹਾ, ਉਹ ਗੁਜ਼ਾਰਾ ਕਰ ਰਿਹਾ। ਇਸ ਤਰੀਕੇ ਦੇ ਨਾਲ ਜਿਹੜਾ ਰੱਬ ਨੇ ਇਹ ਸੰਸਾਰ ਬਣਾਇਆ ਨਾ, ਇਹਦੇ ਵਿੱਚ ਰੱਬ ਨੇ, ਕਿਉਂਕਿ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਗਰੀਬੀ ਔਰ ਅਮੀਰੀ ਬਣਾਈ ਹੈ ਤੇ ਉਸ ਅਕਾਲ ਪੁਰਖ ਨੇ ਨਾ ਇਹ ਬਣਾਉਣ, ਇੱਕ ਉਹਦੀ ਖੇਡ ਹੈ ਜਿਹੜੀ ਉਹਨੇ ਰਚੀ ਹੈ, ਇੱਕ ਉਹਦੀ ਰਚਨਾ ਜਿਹੜੀ ਉਹਨੇ ਬਣਾਈ ਹੈ। ਤੇ ਜੇ ਇਸ ਤਰੀਕੇ ਨਾਲ ਨਾ ਹੁੰਦਾ ਤੇ ਆਪਾਂ ਇਹ ਵੀ ਕਹਿ ਸਕਦੇ ਸਾਂ ਵੀ ਸ਼ਾਇਦ ਸੰਸਾਰਕ ਜਿਹੜੇ ਕਾਰ ਵਿਹਾਰ ਉਹ ਨਾ ਚੱਲਦੇ। ਸੰਸਾਰਕ ਕਾਰ ਵਿਹਾਰ ਚਲਾਉਣ ਦੇ ਲਈ ਰੱਬ ਨੇ ਇੱਕ ਖੇਡ ਇਹ ਵੀ ਰਚੀ ਹੈ। ਕੁਝ ਕੁ ਅਮੀਰ ਬਣਾਏ, ਕੁਝ ਕੁ ਗਰੀਬ ਬਣਾਏ, ਜਿਨ੍ਹਾਂ ਕਈਆਂ ਨੂੰ ਬਹੁਤਾ ਧਨ ਪਦਾਰਥ ਦੇ ਕੇ ਨਵਾਜਿਆ, ਕਈਆਂ ਨੂੰ ਥੋੜਾ ਧਨ ਪਦਾਰਥ ਦਿੱਤਾ। ਹੁਣ ਜੇ ਆਪਾਂ ਇਹ ਮੰਨ ਲੈਂਦੇ ਵੀ ਰੱਬ ਕੇਵਲ ਤੇ ਕੇਵਲ ਅਮੀਰੀ ਹੀ ਬਣਾਉਂਦਾ, ਕਿਸੇ ਨੂੰ ਗਰੀਬ ਨਾ ਬਣਾਉਂਦਾ, ਤੇ ਤੁਸੀਂ ਦੱਸੋ ਹਰ ਅਮੀਰ ਬੰਦਾ ਆਪਣਾ ਕਾਰੋਬਾਰ ਕਰਮ ਕਰਕੇ ਬੈਠ ਜਾਂਦਾ,
ਤੇ ਕੰਮ ਚੱਲਦਾ ਕਿੱਦਾਂ? ਕਿ ਇੱਕ ਦੂਜੇ ਦੀ ਅਧੀਨਗੀ ਕੋਈ ਕਬੂਲਦਾ? ਇੱਕ ਦੂਜੇ ਦੇ ਅਧੀਨ ਕੋਈ ਰਹਿੰਦਾ? ਹੁਣ ਰੱਬ ਨੇ ਕੀ ਕੀਤਾ? ਕੁਝ ਕੁ ਅਮੀਰ ਬਣਾਏ, ਕੁਝ ਕੁ ਗਰੀਬ ਬਣਾਏ। ਹੁਣ ਅਮੀਰ ਦੀਆਂ ਲੋੜਾਂ ਉਸ ਹਿਸਾਬ ਦੀਆਂ ਬਣਾਤੀਆਂ, ਗਰੀਬ ਦੀਆਂ ਲੋੜਾਂ ਉਸ ਹਿਸਾਬ ਨਾਲ ਬਣਾਤੀਆਂ। ਹੁਣ ਜਿਹੜਾ ਗਰੀਬ ਬੰਦਾ ਹੈ ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਅਧੀਨਗੀ ਕਬੂਲ ਰਿਹਾ। ਉਹ ਅਧੀਨਗੀ ਕਬੂਲਦਾ ਹੋਇਆ ਮਿਹਨਤ ਕਰਦਾ, ਮਸ਼ੱਕਤ ਕਰਦਾ, ਕਾਰੋਬਾਰ ਕਰਦਾ, ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ। ਇਸ ਤਰੀਕੇ ਨਾਲ ਰੱਬ ਨੇ ਇੱਕ ਖੇਡ ਜਿਹੜੀ ਨਾ ਉਹ ਬੜੀ ਅਦਭੁਤ ਜਿਹੀ, ਤੇ ਆਪਾਂ ਇੱਥੇ ਇਹ ਵੀ ਕਹਿ ਸਕਦੇ ਹਾਂ ਵੀ ਰੱਬ ਦੀ ਜਿਹੜੀ ਆ ਸਮਾਜ ਤੌਰ ਦੇ ਉੱਤੇ, ਕੁਦਰਤੀ ਤੌਰ ਉੱਤੇ, ਸੰਸਾਰਕ ਤੌਰ ਉੱਤੇ ਰਚੀ ਹੋਈ ਖੇਡ ਹੈ ਨਾ, ਇਹਨੂੰ ਸਮਝਣਾ ਸਾਡੇ ਵੱਸ ਦੀ ਗੱਲ ਨਹੀਂ ਹੈ ਵੀ ਉਹਨੇ ਕਿਸ ਪ੍ਰਕਾਰ ਰਚੀ, ਕਿਉਂ ਰਚੀ, ਕਿੱਦਾਂ ਰਚੀ। ਇਹ ਸਾਡੇ ਸਮਝ ਤੋਂ ਹੈ ਹੀ ਬਾਹਰ। ਉਹ ਤੇ ਬਸ ਜਿੰਨਾ ਕੁ ਆਪਾਂ ਕਹਿ ਸਕਦੇ ਹਾਂ ਨਾ ਵੀ ਸਾਡੀ ਮੱਤ ਨੇ ਜਿੰਨਾ ਕੁ ਸੋਚਿਆ, ਜਿੰਨਾ ਕੁ ਵਿਚਾਰਿਆ, ਅਸੀਂ ਉਸ ਹਿਸਾਬ ਨਾਲ ਸੰਸਾਰਕ ਨਜ਼ਰੀਏ ਨਾਲ ਰੱਬ ਦੀ ਇਸ ਖੇਡ ਨੂੰ ਵੇਖਣ ਦੀ ਕੋਸ਼ਿਸ਼ ਕੀਤੀ। ਅਸੀਂ ਯਤਨ ਕੀਤਾ ਵੀ ਰੱਬ ਨੇ ਇਸ ਕਾਰਨ ਕਰਕੇ ਇਹ ਬਣਾਇਆ ਹੋਣਾ। ਖੈਰ, ਹੁਣ ਨਾਲ ਬਾਬਾ ਫਰੀਦ ਜੀ ਨੇ ਫਿਰ ਦੂਜਾ ਪੱਖ ਵੀ ਰੱਖਤਾ, ਕਿਉਂਕਿ ਇਹ ਵੀ ਹੈ ਨਾ ਸਤਿਗੁਰੂ ਦੀ ਬਾਣੀ ਦਾ ਹੀ ਇਸ ਮਾਲਕ ਨੇ ਪ੍ਰੋੜਤਾ ਕਰਦਿਆਂ ਬਾਣੀ 'ਚ ਦੱਸਿਆ ਵੀ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪ੍ਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਹੁਣ ਇਹ ਵੀ ਗੁਰਬਾਣੀ ਦਾ ਹੀ ਜ਼ਿਕਰ ਹੈ। ਸਤਿਗੁਰੂ ਜੀ ਕਹਿੰਦੇ ਵੀ ਜਿਹਦੇ ਕੋਲ ਬਹੁਤ ਹੈ ਉਹਨੂੰ ਚਿੰਤਾ ਬਣੀ ਵੀ ਮੈਂ ਸਾਂਭਾਂ ਕਿਵੇਂ, ਜਿਹਦੇ ਕੋਲ ਥੋੜੀ ਹੈ ਉਹਨੂੰ ਇਹ ਚਿੰਤਾ ਬਣੀ ਵੀ ਮੈਂ ਵੱਧ ਕਿੱਦਾਂ ਇਕੱਠੀ ਕਰਾਂ, ਮੇਰੇ ਕੋਲ ਹੋਰ ਕਿੱਥੋਂ ਆਵੇ। ਤੇ ਜਿਹੜਾ ਦੋਵਾਂ ਅਵਸਥਾਵਾਂ ਤੋਂ ਮੁਕਤ ਹੈ ਉਹੀ ਸੁਹੇਲਾ ਕਹਿ ਲਓ, ਉਹੀ ਸੌਖਾ ਕਹਿ ਲਓ, ਉਹੀ ਕਹਿ ਸਕਦੇ ਹਾਂ ਆਪਾਂ ਵੀ ਖੁਸ਼ਹਾਲ ਜੀਵਨ ਦਾ ਮਾਲਕ ਹੈ। ਕਿਉਂਕਿ ਮਾਇਆ ਦੇ ਵਿੱਚੋਂ ਅੱਜ ਤੱਕ ਕਿਸੇ ਨੇ ਤ੍ਰਿਪਤੀ ਨਹੀਂ ਹਾਸਲ ਕੀਤੀ, ਚਾਹੇ ਬਹੁਤੀ ਵਾਲਾ ਤੇ ਚਾਹੇ ਥੋੜੀ ਵਾਲਾ। ਬਹੁਤੀ ਵਾਲੇ ਦਾ ਜ਼ੋਰ ਇਹ ਲੱਗਾ ਵੀ ਹੋਰ ਹੋ ਜੇ, ਥੋੜੀ ਵਾਲੇ ਦਾ ਜ਼ੋਰ ਲੱਗਾ ਵੀ ਬਹੁਤੀ ਹੋ ਜਾਏ, ਤੇ ਤ੍ਰਿਪਤੀ ਦੋਵਾਂ ਕੋਲ ਹੀ ਨਹੀਂ। ਤੇ ਸਤਿਗੁਰੂ ਨੇ ਕਹਿਤਾ ਸੀ ਨਾ ਵੀ ਇਹ ਇਨਸਾਨੀ ਫਿਤਰਤ ਹੈ। ਸਹਿਸ ਖਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੇ ਮਾਇਆ ਪਾਸ਼ੈ ਪਾਵੈ। ਇਹ ਇਨਸਾਨੀ ਫਿਤਰਤ ਹੈ। ਤ੍ਰਿਪਤੀ ਬਹੁਤ ਮੁਸ਼ਕਲ ਹੈ, ਖਾਸ ਕਰਕੇ ਮਾਇਕ ਪਦਾਰਥਾਂ ਦੇ ਵਿੱਚੋਂ ਅਸੀਂ ਜਿੰਨਾ ਮਰਜ਼ੀ ਯਤਨ ਕਰ ਲਈਏ। ਅੱਜ ਇੱਕ ਪਦਾਰਥ ਨੂੰ ਲੈ ਕੇ ਸਾਨੂੰ ਭੁੱਖ ਹੈ, ਸਾਡੀ ਉਹ ਭੁੱਖ ਜਦੋਂ ਮਿਟੇਗੀ ਨਾ, ਸਾਡੇ ਅੰਦਰ ਹੋਰ ਵਲਵਲੇ ਇੰਨੇ ਕੁ ਤੇਜ਼ ਹੋਣਗੇ, ਭੁੱਖਾਂ ਹੋਰ ਵੱਧ ਜਾਣਗੀਆਂ, ਘਟਣਗੀਆਂ ਨਹੀਂ। ਸਿਆਣੇ ਇੱਕ ਨਾ ਬਜ਼ੁਰਗ ਸਮਝਾਉਂਦਿਆਂ ਦੱਸਦੇ ਨੇ, ਨੀਂਦ ਔਰ ਭੁੱਖ ਇਹ ਦੋ ਚੀਜ਼ਾਂ ਐਸੀਆਂ, ਇਹਨੂੰ ਜਿੰਨਾ ਮਰਜ਼ੀ ਵਧਾ ਲਓ ਤੇ ਜਿੰਨਾ ਮਰਜ਼ੀ ਘਟਾ ਲਓ, ਘਟ ਵੀ ਜਾਂਦੀਆਂ ਤੇ ਵੱਧ ਵੀ ਜਾਂਦੀਆਂ। ਤੇ ਕਹਿ ਸਕਦੇ ਆ ਜੋ ਪੇਟ ਦੀ ਭੁੱਖ ਹੈ ਉਹਦੀ ਬਾਤ ਵੀ ਹੈ, ਤੇ ਚਾਹੇ ਮਾਨਸਿਕ ਤੌਰ ਦੇ ਉੱਤੇ ਭੁੱਖ ਦੀ ਬਾਤ ਕਰ ਲਓ ਉਹਦੀ ਵੀ ਹੈ। ਕਦੇ ਰੱਜਿਆ ਨਹੀਂ ਬੰਦਾ। ਜੇ ਪੇਟ ਕਰਕੇ ਅਸੀਂ ਆਪਣੀ ਭੁੱਖ ਵਧਾਉਂਦੇ ਜਾਵਾਂਗੇ ਉਹਨੇ ਵੱਧਦੇ ਜਾਣਾ, ਜੇ ਪੇਟ ਕਰਕੇ ਆਪਣੀ ਭੁੱਖ ਘਟਾ ਲਾਂਗੇ ਉਹਨੇ ਘਟ ਜਾਣਾ। ਤੇ ਜੇ ਮਾਨਸਿਕ ਤੌਰ ਤੇ ਅਸੀਂ ਆਪਣੀ ਭੁੱਖ ਵਧਾ ਲਾਂਗੇ ਉਹਨੇ ਵਧੀ ਜਾਣਾ, ਇੰਨੀ ਕੁ ਵੱਧ ਜਾਣਾ। ਬਾਬੇ ਨਾਨਕ ਨੂੰ ਆਖਣਾ ਪਿਆ ਸੀ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਸੱਜਣਾ ਆਹ ਹਾਲਾਤ ਬਣ ਜਾਣੇ ਜੇ ਭੁੱਖ ਜ਼ਿਆਦੀ ਵਧਾ ਲਈ ਤੇ ਵੀ ਫਿਰ ਤੂੰ ਦੁਨੀਆ ਦੇ ਭਾਵੇਂ ਸਾਰੇ ਪਦਾਰਥ ਇਕੱਠੇ ਕਰਕੇ ਕੋਲੇ ਰੱਖ ਲਈ, ਤੇਰੀ ਭੁੱਖ ਨਹੀਂ ਕਦੇ ਉਤਰਨੀ, ਕਿਉਂਕਿ ਤ੍ਰਿਪਤੀ ਹੈ ਨਹੀਂ ਤੇਰੇ ਜੀਵਨ 'ਚ, ਸਬਰ ਨਹੀਂ ਤੇਰੇ ਜੀਵਨ 'ਚ। ਤੇ ਬਾਬਾ ਫਰੀਦ ਜੀ ਨੇ ਫਿਰ ਨਾਲ ਜ਼ਿਕਰ ਇਹ ਕੀਤਾ, ਕਹਿੰਦੇ ਅੱਗੇ ਗਏ ਸਿੰਘਾਪ ਸਨ, ਚੋਟਾਂ ਖਾਸੀ ਕੌਣ? ਇਹ ਤੇ ਪਤਾ ਬਾਅਦ 'ਚ ਜਾ ਕੇ ਲੱਗਣਾ ਨਾ ਵੀ ਖੁਸ਼ ਬਹੁਤੀ ਵਾਲਾ ਕਿ ਖੁਸ਼ ਥੋੜੀ ਵਾਲਾ। ਪਤਾ ਤੇ ਇਹ ਲੱਗੇਗਾ ਚੋਟਾਂ ਕਿਹਨੂੰ ਵੱਜਦੀਆਂ ਨੇ। ਤੇ ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਜੇ, ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਤੇ ਇੱਕ ਆਪਾਂ ਇਹ ਬਚਨ ਪੜ੍ਹ ਆਏ ਆ ਪਿੱਛੇ, ਨਬੇੜਾ ਕਰਮਾਂ ਤੇ ਆ ਕੇ ਹੋਣਾ। ਇਸ ਗੱਲ ਨੂੰ ਤੇ ਮੰਨਦੇ ਆ ਨਾ
ਵੀ ਜਿੱਦਣ ਰੱਬ ਨੇ ਇਨਸਾਫ ਕਰਨਾ ਉਹਨੇ ਕਰਮਾਂ ਦੇ ਆਧਾਰ ਤੇ ਕਰਨਾ। ਸਾਡੇ ਕਰਮ ਕਿੱਦਾਂ ਦੇ ਨੇ, ਅਸੀਂ ਆਪਣੀ ਜ਼ਿੰਦਗੀ 'ਚ ਬੀਜ ਕਿੱਦਾਂ ਦਾ ਬੀਜਿਆ, ਨਵੇੜਾ ਤੇ ਇਸ ਆਧਾਰ ਤੇ ਹੋਣਾ ਨਾ। ਜਿਹਨੂੰ ਬਾਬਾ ਫਰੀਦ ਜੀ ਦੇ ਬਚਨਾਂ 'ਚ ਹੀ ਪੜਿਆ ਸੀ, ਲੋੜੈ ਦਾਖ ਬਿਜ਼ੋਰੀਆਂ ਕਿੱਕਰ ਬੀਜੈ ਜੱਟ ਹੰਡੈ ਉਨ ਕਤਾਈਂ ਦਾ ਪੈਦਾ ਲੋੜੈ ਪੱਟ। ਨਵੇੜਾ ਜਦੋਂ ਰੱਬ ਦੇ ਦਰ ਤੇ ਹੋਣਾ ਨਾ, ਉਦੋਂ ਕਰਮਾਂ ਦੇ ਆਧਾਰ ਤੇ ਹੋਣਾ। ਹੁਣ ਸਤਿਗੁਰੂ ਜੀ ਨੇ ਜਿਹੜਾ ਅੱਜ ਜ਼ਿਕਰ ਕੀਤਾ, ਇਹਦੇ 'ਚ ਬਹੁਤੀ ਤੇ ਥੋੜੀ ਵਾਲਿਆਂ ਦਾ ਜ਼ਿਕਰ ਕੀਤਾ ਵੀ ਕਈਆਂ ਕੋਲ ਇੰਨੀ ਹੈ ਉਹਨਾਂ ਨੂੰ ਪਤਾ ਹੀ ਨਹੀਂ, ਬੇਹਿਸਾਬ ਹੈ, ਤੇ ਕਈਆਂ ਕੋਲ ਇੰਨੀ ਵੀ ਨਹੀਂ ਵੀ ਉਹ ਆਪਣੀ ਲੋੜਾਂ ਵੀ ਪੂਰੀਆਂ ਕਰ ਸਕਣ। ਹੁਣ ਜਿਨ੍ਹਾਂ ਕੋਲ ਬੇਹਿਸਾਬ ਹੈ ਉਹਨਾਂ ਦੇ ਲਈ ਸਤਿਗੁਰੂ ਕਹਿੰਦੇ ਸੱਜਣਾ ਖਿਆਲ ਕਰੀ, ਸੱਚ ਹੈ ਇਹ ਪਾਪਾਂ ਬਾਝੋਂ ਹੋਵੇ ਨਹੀਂ। ਜਿਹੜਾ ਕੁਝ ਤੂੰ ਜੋੜੀ ਫਿਰਦਾ ਨਾ, ਇਹ ਕਿਤੇ ਨਾ ਕਿਤੇ ਜਾ ਕੇ ਆਪਣੇ ਕਰਮ ਫਰੋਲ ਕੇ ਵੇਖੀ, ਆਪਣੇ ਜਿਹੜੇ ਕੀਤੇ ਹੋਏ ਕਾਰਜ ਨੇ ਨਾ ਉਹਨਾਂ ਨੂੰ ਫਰੋਲ ਕੇ ਵੇਖੀ ਵੀ ਤੂੰ ਪਾਪ ਕਿੰਨੇ ਕੀਤੇ ਨੇ। ਕਿਉਂਕਿ ਜਿੰਨੀ ਕੁ ਤੂੰ ਜੋੜੀ ਬੈਠਾ ਹੈ ਨਾ, ਇਹ ਪਾਪਾਂ ਤੋਂ ਬਿਨਾ ਜੋੜ ਨਹੀਂ ਸਕਦਾ, ਤੇ ਤੂੰ ਪਤਾ ਨਹੀਂ ਬੇਅੰਤ ਜੋੜੀ ਬੈਠਾ ਤੂੰ। ਤੇ ਨਾਲ ਇਹ ਵੀ ਖਿਆਲ ਰੱਖੀ ਮੋਇਆ ਸਾਥ ਨਾ ਜੇ ਪਾਪ ਕਰਕੇ ਜੋੜੀ ਹੈ ਨਾ, ਤੇ ਅੱਗੇ ਗਏ ਸੇ ਆਪਸਨ ਚੋਟਾਂ ਖਾਸੀ ਕੌਣ, ਪਤਾ ਤੇ ਫੇਰ ਹੀ ਲੱਗਣਾ ਨਾ ਜਦੋਂ ਵੱਜਣਗੀਆਂ, ਚੋਟਾਂ ਪੈਣਗੀਆਂ ਜਦੋਂ, ਸਮਝ ਤੇ ਫੇਰ ਲੱਗਣੀ ਹੈ ਵੀ ਸੱਜਣਾ ਮੈਂ ਪਾਪ ਕਰਕੇ ਜੋੜੀ ਸੀ ਕਿ ਮੈਂ ਹੱਕ ਦੀ ਕਮਾਈ ਕਰਕੇ ਕਮਾਈ ਹੈ, ਜਾਂ ਹੱਕ ਦੀ ਦਸਾਂ ਨੌਵਾਂ ਦੀ ਕਿਰਤ ਕੀਤੀ ਹੈ, ਪਤਾ ਤੇ ਫੇਰ ਲੱਗੇਗਾ। ਜ਼ਰੂਰੀ ਨਹੀਂ ਹੁੰਦਾ ਸਾਡੀਆਂ ਜੇਬਾਂ ਭਾਰੀ ਹੋਣਗੀਆਂ ਤਾਂ ਹੀ ਅਸੀਂ ਚੰਗੇ ਹਾਂ, ਜ਼ਰੂਰੀ ਨਹੀਂ ਸਾਡੇ ਕੋਲ ਬੇਇੰਤਹਾ ਇਕਨੋਮਿਕਲੀ ਅਸੀਂ ਸਟਰੋਂਗ ਹੋਈਏ ਤਾਂ ਹੀ ਅਸੀਂ ਚੰਗੇ ਹਾਂ। ਜੇ ਰੱਬ ਦੀਆਂ ਨਜ਼ਰਾਂ 'ਚ ਅਸੀਂ ਚੰਗੇ 'ਚ ਆਪਣੇ ਆਪ ਨੂੰ ਬਣਾਉਣਾ ਚਾਹੁੰਦੇ ਆ, ਜਾਂ ਰੱਬ ਦੀਆਂ ਨਜ਼ਰਾਂ 'ਚ ਚੰਗੇ ਰਹਿਣਾ ਚਾਹੁੰਦੇ ਆ ਨਾ, ਇਕਨੋਮਿਕਲੀ ਪੱਖ ਤੋਂ ਵੇਖਣਾ ਛੱਡ ਦਈਏ, ਫਿਰ ਇਹ ਵੇਖੀਏ ਸਾਡੇ ਕਰਮ ਕਿੰਨੇ ਕੁ ਚੰਗੇ ਜਿਹੜੇ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣੇ ਨੇ। ਇੱਕ ਮੈਂ ਪੱਖ ਰੱਖਦਾ ਚੱਲਾਂ, ਧਨ ਬੜਾ ਲਾਜ਼ਮੀ ਹੈ, ਜ਼ਰੂਰੀ ਹੈ, ਪਰ ਧਨ ਦੋ ਤਰ੍ਹਾਂ ਦਾ ਹੈ। ਜੇ ਜੀਵਨ ਖੁਸ਼ਹਾਲ ਚਾਹੁੰਦੇ ਆ ਤੇ ਹੁਣ ਜੀਵਨ ਖੁਸ਼ਹਾਲ ਦੇ ਵਿੱਚ ਇਕੱਲਾ ਬਾਹਰੀ ਧਨ ਨਹੀਂ ਆਉਂਦਾ, ਜੀਵਨ ਦੀ ਖੁਸ਼ਹਾਲੀ ਵਾਸਤੇ ਸਾਡੇ ਕੋਲ ਅਧਿਆਤਮਿਕ ਧਨ ਵੀ ਚਾਹੀਦਾ, ਤੇ ਉਸ ਅਧਿਆਤਮਿਕ ਧਨ ਨੂੰ ਅਸੀਂ ਨਾਮ ਦਿੰਨੇ ਆ ਧਰਮ ਦਾ। ਜੇ ਸਾਡੇ ਕੋਲ ਧਰਮ ਦਾ ਧਨ ਹੈ ਨਾ, ਤੇ ਸਾਡੇ ਕੋਲ ਮਨ ਕਰਕੇ ਖੁਸ਼ਹਾਲੀ ਹੋਏਗੀ, ਤੇ ਜੇ ਸਾਡੇ ਕੋਲ ਬਾਹਰੀ ਤੌਰ ਤੇ ਧਨ ਹੈ ਤੇ ਸਾਡੇ ਕੋਲ ਤਨ ਕਰਕੇ ਖੁਸ਼ਹਾਲੀ ਹੋਏਗੀ। ਇਹੋ ਕਾਰਨ ਹੈ ਜਦੋਂ ਆਪਾਂ ਪੱਛਮੀ ਦੇਸ਼ਾਂ ਦੀ ਗੱਲ ਕਰਾਂਗੇ ਨਾ, ਤੇ ਪੱਛਮੀ ਦੇਸ਼ਾਂ ਵਾਲਿਆਂ ਨੇ ਬਾਹਰੀ ਤੌਰ ਦੇ ਧਨ ਨੂੰ ਜ਼ਿਆਦਾ ਨਵਾਜਿਆ, ਬਾਹਰੀ ਤੌਰ ਦੇ ਧਨ ਨੂੰ ਇੰਨਾ ਕੁ ਨਵਾਜ ਲਿਆ ਵੀ ਉਹ ਬੜੀ ਤਰੱਕੀ ਕਰ ਗਏ, ਉਹਨਾਂ ਕੋਲ ਧਨ ਬੇਇੰਤਹਾ ਜੁੜ ਗਿਆ, ਪਰ ਜ਼ਿੰਦਗੀ 'ਚੋਂ ਸਬਰ ਸਕੂਨ ਮੁੱਕ ਗਿਆ। ਵੇਖ ਲਓ ਤੁਸੀਂ ਜੋ ਫੋਰਨਰ ਲਾਈਫ ਹੈ, ਇੰਨੀ ਕੁ ਕਹਿ ਲਓ ਵੀ ਬਿਜ਼ੀ ਲਾਈਫ ਹੈ ਵੀ ਪਰਿਵਾਰ ਦੇ ਮੈਂਬਰ ਜਿਹੜੇ ਨਾ ਉਹ ਇਕੱਠੇ ਹੋ ਕੇ ਵੀ ਨਹੀਂ ਬਹਿ ਸਕਦੇ, ਇੱਕ ਆਉਂਦਾ ਦੂਜਾ ਤੁਰਿਆ ਜਾਂਦਾ, ਦੂਜਾ ਆਉਂਦਾ ਫਿਰ ਪਹਿਲਾ ਕੰਮ ਤੇ ਜਾਣ ਨੂੰ ਤਿਆਰ ਹੋ ਜਾਂਦਾ। ਉਹਨਾਂ ਨੇ ਲਾਈਫ ਨੂੰ ਇੰਨਾ ਕੁ ਬਿਜ਼ੀ ਕਰ ਲਿਆ, ਉਹਨਾਂ ਨੇ ਬਾਹਰੀ ਧਨ ਨੂੰ ਇੰਨੀ ਕੁ ਤਵੱਜੋ ਦੇਤੀ ਵੀ ਉਹ ਜ਼ਿੰਦਗੀ ਨੂੰ ਕਿੱਦਾਂ ਜਿਉਵੀਂਦਾ ਹੈ, ਕਿੰਨੇ ਸਹਿਜ ਨਾਲ, ਕਿੰਨੇ ਸਕੂਨ ਨਾਲ, ਕਿੰਨੇ ਕੁ ਸਬਰ ਨਾਲ, ਸੰਤੋਖ ਨਾਲ ਜਿਉਵੀਂਦਾ ਭੁੱਲ ਗਏ। ਉਹਨਾਂ ਨੇ ਧਨ ਨੂੰ ਇੰਨੀ ਕੁ ਤਵੱਜੋ ਦੇਤੀ। ਤੇ ਜੇ ਅਸੀਂ ਆਪਣੇ ਦੇਸ਼ ਦੀ ਗੱਲ ਕਰ ਲਾਂਗੇ ਤੇ ਸਾਡੇ ਦੇਸ਼ ਨੇ ਇਕੱਲਾ ਧਰਮ ਨੂੰ ਹੀ ਨਵਾਜਿਆ ਹੋਇਆ, ਧਰਮ ਨੂੰ ਹੀ ਇੰਨਾ ਕੁ ਧਨ ਨੂੰ ਤਵੱਜੋ ਦੇਤੀ ਵੀ ਅਸੀਂ ਬਾਹਰੀ ਤੌਰ ਤੇ ਕੰਗਾਲਾਂ ਵਾਲਾ ਜੀਵਨ ਗੁਜ਼ਾਰਨ ਤੇ ਆ ਗਏ, ਗਰੀਬੀ ਦੀ ਸਤ੍ਹਾ ਤੇ ਆ ਗਏ ਅਸੀਂ। ਤੇ ਹੁਣ ਖਿਆਲ ਕਰਿਓ, ਜਿੱਥੇ ਧਰਮ ਦਾ ਧਨ ਚਾਹੀਦਾ ਉੱਥੇ ਬਾਹਰੀ ਧਨ ਵੀ ਚਾਹੀਦਾ। ਜੇ ਧਰਮ ਦਾ ਧਨ ਤੇ ਬਾਹਰੀ ਧਨ ਹੋਏਗਾ ਨਾ, ਜਿਸ ਬੰਦੇ ਕੋਲ ਦੋਵੇਂ ਧਨ ਹੋਣਗੇ ਉਹਨੂੰ ਕਿਸੇ ਕੋਲ ਹੱਥ ਅੱਡਣ ਦੀ ਲੋੜ ਨਹੀਂ ਪੈਣੀ, ਚਾਹੇ ਧਰਮੀ ਬੰਦੇ ਦੀ ਗੱਲ ਕਰ ਲਓ ਤੇ ਚਾਹੇ ਸੰਸਾਰਕ ਬੰਦੇ ਦੀ ਗੱਲ ਕਰ ਲਓ। ਕਿਉਂਕਿ ਜਿਹੜਾ ਧਰਮ ਦਾ ਧਨ ਕਮਾਉਂਦਾ ਨਾ, ਜੇ ਉਹਨੇ ਬਾਹਰੀ ਧਨ ਵੱਲ
ਵਾਲੇ ਪਾਸੇ ਨਾ ਸੋਚਿਆ, ਨਾ ਕਮਾਇਆ, ਆਪਣੀਆਂ ਲੋੜਾਂ ਵਾਸਤੇ ਵੀ ਨਾ ਕਮਾਇਆ, ਉਹ ਸਾਧੂ ਬਣ ਜਾਂਦਾ ਹੈ। ਆਪਾਂ ਕਹਿੰਨੇ ਜੀ ਇਹ ਸਾਧੂ ਬਣ ਗਿਆ। ਹੁਣ ਉਹ ਸਾਧੂ ਫਿਰ ਕੀ ਕਰਦਾ? ਸੰਸਾਰਕ ਬੰਦਿਆਂ ਅੱਗੇ ਹੱਥ ਅੱਡਦਾ ਫਿਰਦਾ, ਮੰਗਦਾ ਫਿਰਦਾ। ਤੇ ਜੇ ਆਪਾਂ ਸੰਸਾਰੀ ਬੰਦੇ ਦੀ ਗੱਲ ਕਰਾਂਗੇ, ਜਿਹਨੇ ਧਰਮ ਦਾ ਧਨ ਨਹੀਂ ਕਮਾਇਆ, ਉਹਨੇ ਬਾਹਰੀ ਤੌਰ ਤੇ ਧਨ ਇੰਨਾ ਕੁ ਖੱਟ ਲਿਆ, ਉਹਨੂੰ ਜਾ ਕੇ ਸਾਧੂਆਂ ਅੱਗੇ ਹੱਥ ਅੱਡਣੇ ਪੈ ਗਏ ਵੀ ਲਿਆਓ ਭਾਈ ਸਾਨੂੰ ਧਰਮ ਕਮਾਉਣਾ ਸਿਖਾਓ। ਤੇ ਬਾਬੇ ਨਾਨਕ ਨੇ ਆਪਣੇ ਸਿੱਖ ਨੂੰ ਦੋਵੇਂ ਚੀਜ਼ਾਂ ਹੀ ਦੇ ਕੇ ਨਵਾਜੀਆਂ। ਸੱਜਣਾ, ਧਰਮ ਵੀ ਕਮਾ, ਤੈਨੂੰ ਧਰਮ ਕਮਾਉਣ ਲਈ ਕਿਸੇ ਅੱਗੇ ਹੱਥ ਨਾ ਅੱਡਣਾ ਪਏ। ਧਰਮ ਦਾ ਧਨ ਕਮਾਉਣ ਲਈ ਤੈਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਏ। ਤੇ ਬਾਬੇ ਨਾਨਕ ਨੇ ਆਪਣੇ ਸਿੱਖ ਨੂੰ ਕਿਰਤੀ ਵੀ ਬਣਾਇਆ ਵੀ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਤੈਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਏ। ਸਗੋਂ ਤੇਰੇ ਘਰ ਆਉਣ ਵਾਲਾ, ਤੇਰੇ ਦਰ ਤੇ ਆਉਣ ਵਾਲਾ, ਤੇਰੇ ਦਰ ਤੋਂ ਆਪਣੀਆਂ ਲੋੜਾਂ ਪੂਰੀਆਂ ਕਰਕੇ ਜਾਏ, ਨਾ ਕਿ ਤੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਦੇ ਦਰਵਾਜ਼ੇ ਖੜਕਾਉਂਦਾ ਫਿਰੇ। ਤੇ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ, ਕਹਿੰਦੇ ਸੱਜਣਾ ਇਸ ਗੱਲ ਦਾ ਖਿਆਲ ਕਰੀ, ਅੱਗੇ ਗਏ ਸਿੰਘਾਪਸਨ ਚੋਟਾਂ ਖਾਸੀ ਕੌਣ। ਇਹ ਤੇ ਫੈਸਲਾ ਤੇਰੇ ਕਰਮਾਂ ਦੇ ਆਧਾਰ ਤੇ ਹੋਏਗਾ, ਬਹੁਤੀ ਤੇ ਥੋੜੀ ਨਾਲ ਕੋਈ ਫੈਸਲਾ ਨਹੀਂ ਹੋਣਾ। ਰੱਬ ਨੇ ਇਹ ਥੋੜੀ ਪੁੱਛਣਾ ਵੀ ਉੱਥੇ ਰਹਿ ਕੇ ਤੂੰ ਕਿੰਨਾ ਧਨ ਕਮਾਇਆ, ਜਾਂ ਰੱਬ ਨੇ ਇਹ ਥੋੜੀ ਪੁੱਛਣਾ ਵੀ ਸੰਸਾਰ ਤੇ ਰਹਿੰਦਿਆਂ ਹੋਇਆਂ ਭਾਈ ਤੂੰ ਕਿੰਨੀ ਗਰੀਬੀ ਵੇਖੀ ਹੈ। ਰੱਬ ਨੇ ਤੇ ਇਹ ਸਵਾਲ ਕਰਨਾ ਸੰਸਾਰ ਤੇ ਰਹਿ ਕੇ ਤੂੰ ਕਰਮ ਕੀ ਕੀਤੇ ਨੇ। ਪੁੱਛਿਆ ਤੇ ਇਹੀ ਜਾਣਾ ਨਾ ਵੀ ਕਰਮ ਤੇਰੇ ਕਿੱਦਾਂ ਦੇ ਸਨ, ਕੰਮ ਤੂੰ ਕਿੱਦਾਂ ਦੇ ਕੀਤੇ, ਤੇ ਕਰਮਾਂ ਦੇ ਆਧਾਰ ਤੇ ਨਿਬੇੜਾ ਹੋਏਗਾ। ਮਤਾਂ ਸਾਡੇ ਮਨਾਂ 'ਚ ਭਰਮ ਹੋਵੇ, ਮਤਾਂ ਸਾਡੇ ਮਨਾਂ 'ਚ ਭੁਲੇਖਾ ਹੋਵੇ ਵੀ ਅਸੀਂ ਬਹੁਤਾ ਧਨ ਖੱਟ ਲਾਂਗੇ ਤੇ ਸ਼ਾਇਦ ਰੱਬ ਦੇ ਦਰ ਤੇ ਸਾਨੂੰ ਪ੍ਰਵਾਨਗੀ ਮਿਲ ਜੇ, ਤੇ ਜਾਂ ਅਸੀਂ ਬਾਹਰੀ ਤੌਰ ਦੇ ਉੱਤੇ ਗਰੀਬ ਬਣ ਕੇ ਰਵਾਂਗੇ ਤੇ ਰੱਬ ਦੇ ਦਰ ਤੇ ਪ੍ਰਵਾਨਗੀ ਮਿਲ ਜਾਏ। ਰੱਬ ਦੇ ਦਰ ਤੇ ਪ੍ਰਵਾਨਗੀ ਤਾਂ ਮਿਲੇਗੀ ਜੇ ਆ ਅਵਸਥਾ ਬਣ ਜਾਏ, ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ, ਫਿਰ ਰੱਬ ਦੇ ਦਰ ਤੇ ਪ੍ਰਵਾਨਗੀ ਹੈ। ਹੁਣ ਜੇ ਰੱਬ ਦੇ ਦਰ ਤੇ ਪ੍ਰਵਾਨਗੀ ਦੀ ਗੱਲ ਕਰਾਂਗੇ ਤੇ ਮੈਂ ਨਿੱਕਾ ਜਿਹਾ ਪੱਖ ਗੁਰੂ ਨਾਨਕ ਸਾਹਿਬ ਦੇ ਜੀਵਨ ਚੋਂ ਰੱਖਦਾ ਚੱਲਾਂ, ਤੇ ਨਾਲ ਨਾਲ ਆਪਾਂ ਜੋ ਇਤਿਹਾਸਕ ਦਿਨ ਚੱਲ ਰਹੇ ਇਹਨਾਂ ਨੂੰ ਵੀ ਵਿਚਾਰਦੇ ਚੱਲਣਾ। ਗੁਰੂ ਨਾਨਕ ਸਾਹਿਬ ਦੇ ਜੀਵਨ ਚੋਂ ਕੇਵਲ ਇੱਕ ਮੈਂ ਨਿੱਕਾ ਜਿਹਾ ਪੱਖ ਰੱਖਣਾ, ਕਿਉਂਕਿ ਬਹੁਤਾ ਵਿਸਥਾਰ ਨਹੀਂ ਮੈਂ ਕਰਨਾ। ਦੁਨੀ ਚੰਦ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਆਉਂਦਾ। ਧਨ ਉਹਦੇ ਕੋਲ ਬਹੁਤ ਹੈ ਤੇ ਉਹਦਾ ਧਨ ਨਾਲ ਮੋਹ ਵੀ ਬਹੁਤ ਹੈ, ਪਰ ਗੁਰੂ ਨਾਨਕ ਸਾਹਿਬ ਨੇ ਦੁਨੀ ਚੰਦ ਨੂੰ ਸਮਝਾਉਂਦੇ ਆਖਿਆ ਸੀ, ਦੁਨੀ ਚੰਦ ਆਹ ਕੁਛ ਨਹੀਂ ਹੋ ਜਾਣਾ ਜਿਹੜਾ ਕੁਛ ਜੁੜੀ ਬੈਠਾ। ਤੇਰੇ ਕਰਮਾਂ ਨੇ ਰੱਬ ਦੇ ਦਰ ਤੇ ਜਾਣਾ, ਤੇ ਕੋਸ਼ਿਸ਼ ਕਰ ਕਰਮ ਚੰਗੇ ਕਰਿਆ ਕਰ। ਤੇ ਖਿਆਲ ਕਰਿਓ, ਕਰਮ ਭਾਵੇਂ ਚੰਗੇ ਨੇ ਤੇ ਭਾਵੇਂ ਮਾੜੇ ਨੇ, ਉਹ ਸਾਡਾ ਲੇਖਾ ਹੈ ਜਿਹੜਾ ਅਸੀਂ ਦੇਣਾ ਹੈ। ਕਿਹਨੂੰ? ਰੱਬ ਨੂੰ। ਸਤਿਗੁਰੂ ਜੀ ਦੀ ਆਪਾਂ ਪਿਛਲੇ ਰੇ ਦੀਵਾਨਾਂ 'ਚ ਵਿਚਾਰ ਕੇ ਆਏ ਸਾਂ, ਬਾਬਾ ਫਰੀਦ ਜੀ ਦਾ ਹੀ ਬਚਨ, ਲੇਖਾ ਰੱਬ ਮੰਗੇਸੀ ਆ ਤੂੰ ਆਹੋਂ ਕਿਹੜੇ ਕੰਮ। ਉਹਨੇ ਪੁੱਛਣਾ ਹੈ ਤੂੰ ਕਿਹੜੇ ਕੰਮ ਆਇਆ ਸੀ। ਕਰਮ ਭਾਵੇਂ ਚੰਗੇ ਨੇ ਤੇ ਭਾਵੇਂ ਮਾੜੇ ਨੇ, ਇਹ ਸਾਡਾ ਲੇਖਾ ਹੈ। 19 ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ। ਲਿਖ ਲਿਆ ਬੰਦਾ ਆਪਣੇ ਕਰਮ, ਉਹਨਾਂ ਕਰਮਾਂ ਨਹੀਂ ਲੇਖਾ ਬਣਨਾ। ਕਰਮ ਚੰਗੇ ਹੋਣਗੇ ਲੇਖਾ ਚੰਗਾ ਹੋਏਗਾ, ਕਰਮ ਮੰਦੇ ਹੋਣਗੇ ਤੇ ਲੇਖਾ ਮੰਦਾ ਹੋਏਗਾ। ਪੇਪਰ ਚੰਗਾ ਹੋਏਗਾ ਤੇ ਨੰਬਰ ਚੰਗੇ ਹੋਣਗੇ, ਪੇਪਰ ਵਧੀਆ ਨਹੀਂ ਹੋਏਗਾ ਤੇ ਨੰਬਰ ਮੰਦੇ ਹੋਣਗੇ, ਚੰਗੇ ਨਹੀਂ ਹੋਣੇ ਨੰਬਰ। ਤੇ ਹੁਣ ਚਿਹਰੇ ਤੇ ਮੁਸਕਰਾਹਟ ਤੇ ਉਹਦੇ ਹੀ ਆਉਂਦੀ ਨਾ ਜਿਹਦੇ ਨੰਬਰ ਚੰਗੇ ਹੁੰਦੇ। ਉਹ ਬੜੇ ਫਖਰ ਨਾਲ ਸੀਨਾ ਤਾਣ ਕੇ ਆਪਣੇ ਘਰ ਨੂੰ ਆਉਂਦਾ ਵੀ ਅੱਜ ਨਹੀਂ ਕੋਈ ਪਰਵਾਹ, ਅੱਜ ਬੇਬੇ ਵੀ ਖੁਸ਼ ਹੋਏਗੀ ਤੇ ਬਾਪੂ ਵੀ ਖੁਸ਼ ਹੋਏਗਾ, ਅੱਜ ਮਾਂ ਵੀ ਪ੍ਰਸੰਨ ਹੋਏਗੀ ਤੇ ਪਿਤਾ ਵੀ ਪ੍ਰਸੰਨ ਹੋਣਗੇ, ਕਿਉਂਕਿ ਉਹਨਾਂ ਦਾ ਬੱਚਾ ਅੱਜ ਚੰਗੇ ਨੰਬਰ ਲੈ ਕੇ ਘਰ ਚੱਲਿਆ।
ਤੇ ਜਿੰਨੇ ਵੇਖਿਆ ਵੀ ਪੇਪਰ 'ਚ ਆਇਆ ਹੀ ਕੁਛ ਨਹੀਂ, ਨੰਬਰ ਆਇਆ ਹੀ ਕੋਈ ਨਹੀਂ, ਉਹਦੇ ਚਿਹਰੇ ਦੀ ਮੁਸਕਰਾਹਟ ਉੱਡੀ ਜਾਂਦੀ ਹੈ, ਚਲੀ ਜਾਂਦੀ, ਚਿਹਰਾ ਮੁਰਝਾ ਜਾਂਦਾ। ਉਹਨੇ ਸੀਨਾ ਤਾਣ ਕੇ ਤੇ ਘਰੇ ਕੀ ਜਾਣਾ, ਉਹ ਘਰ ਜਾਣ ਤੋਂ ਵੀ ਡਰਦਾ ਕਿ ਜੇ ਘਰੇ ਗਿਆ ਨਾ ਤੇ ਮਾਰ ਵੀ ਪੈਣੀ, ਘਰੇ ਗਿਆ ਪਿਤਾ ਕੋਲੋਂ ਵੀ ਝਿੜਕਾਂ ਪੈਣਗੀਆਂ, ਮਾਤਾ ਕੋਲੋਂ ਵੀ ਪੈਣਗੀਆਂ। ਫਿਰ ਉਹ ਸੋਚਦਾ ਵੀ ਹੁਣ ਮੈਂ ਕਰਾਂ ਤੇ ਕਰਾਂ ਕੀ, ਫਿਰ ਉਹ ਤਰਕੀਬਾਂ ਲਾਉਂਦਾ। ਤੇ ਜੇ ਇਹੀ ਪੇਪਰ 'ਚੋਂ ਚੰਗੇ ਨੰਬਰ ਆਏ ਹੁੰਦੇ, ਤਰਕੀਬਾਂ ਲਾਉਣ ਦੀ ਲੋੜ ਨਹੀਂ ਸੀ ਪੈਣੀ, ਸਿੱਧਾ ਸੀਨਾ ਤਾਣ ਕੇ ਘਰ ਨੂੰ ਜਾਂਦਾ। ਬਸ ਆਹੀ ਹੈ, ਕਰਮ ਸਾਡੇ ਪੇਪਰ ਨੇ ਜਿਹੜੇ ਅਸੀਂ ਦੇ ਰਹੇ ਹਾਂ, ਰੋਜ਼ ਦੇ ਰਹੇ ਹਾਂ। ਹੁਣ ਉਹ ਕਰਮ ਚੰਗੇ ਹੋਣਗੇ, ਮਤਲਬ ਪੇਪਰ ਵਧੀਆ ਹੋਇਆ ਹੋਏਗਾ, ਨੰਬਰ ਵਧੀਆ ਆ ਜਾਣਗੇ, ਤੇ ਰੱਬ ਦੇ ਦਰ ਤੇ ਸਾਨੂੰ ਅਸੀਂ ਸੀਨਾ ਤਾਣ ਕੇ ਜਾਵਾਂਗੇ ਵੀ ਰੱਬਾ ਕੋਈ ਪਰਵਾਹ ਨਹੀਂ, ਕਿਉਂਕਿ ਸਾਨੂੰ ਪਤਾ ਹੀ ਕਰਮ ਬੜੇ ਵਧੀਆ ਕੀਤੇ, ਪੇਪਰ ਬੜਾ ਵਧੀਆ ਕਰਕੇ ਆਏ ਆ, ਤੇਰੇ ਦਰ ਤੇ ਮਾਣ ਤੇ ਸਤਿਕਾਰ ਮਿਲੇਗਾ। ਤੇ ਜਿਨ੍ਹਾਂ ਨੂੰ ਪਤਾ ਵੀ ਅਸੀਂ ਪੇਪਰ ਕੀਤਾ ਹੀ ਕੁਛ ਨਹੀਂ, ਖਾਲੀ ਛੱਡ ਕੇ ਆਏ ਆ, ਜਾਂ ਜਿਹੜੇ ਸਵਾਲ ਪੁੱਛੇ ਸਨ ਉਹਨਾਂ 'ਚੋਂ ਸਹੀ ਇੱਕ ਵੀ ਨਹੀਂ ਲਿਖਿਆ, ਹਰ ਕੁਐਸਚਨ ਦਾ ਸਵਾਲ ਦਾ ਜਵਾਬ ਅਸੀਂ ਆਪਣੇ ਕੋਲੋਂ ਮਨੋਂ ਬਣਾ ਕੇ ਹੀ ਦੇ ਕੇ ਆਏ ਆ, ਗਲਤ ਲਿਖ ਕੇ ਆਏ ਆ, ਤੇ ਉਹਨਾਂ ਨੂੰ ਪਤਾ ਵੀ ਹੁਣ ਤੇ ਪੇਪਰ 'ਚ ਆਉਣਾ ਕੀ ਹੈ, ਨੰਬਰ ਤੇ ਆਉਣੇ ਕੋਈ ਨਹੀਂ। ਫਿਰ ਉਹਨਾਂ ਨੇ ਡਰਦਿਆਂ ਹੋਇਆ ਜਾਣਾ, ਡਰਦਿਆਂ ਹੋਇਆ ਜਾਣਾ ਤੇ ਛੱਡੋ, ਉਹਨਾਂ ਨੂੰ ਜ਼ਬਰਦਸਤੀ ਸੱਦਣਾ ਪੈਂਦਾ ਵੀ ਆ ਜਾਓ। ਹੁਣ ਮਾਂ-ਬਾਪ ਫਿਰ ਜ਼ਬਰਦਸਤੀ ਸੱਦਦੇ ਨਾ ਵੀ ਤੂੰ ਰਹਿ ਕਿੱਥੇ ਗਿਆ, ਅੱਜ ਤੇਰੇ ਸਕੂਲ ਦਾ ਰਿਜ਼ਲਟ ਸੀ, ਅੱਜ ਤੇਰੇ ਐਗਜ਼ਾਮਸ ਦਾ ਰਿਜ਼ਲਟ ਸੀ, ਨਤੀਜਾ ਆਉਣਾ ਸੀ, ਅੱਜ ਤੂੰ ਘਰੇ ਨਹੀਂ ਆਇਆ, ਛੇਤੀ ਘਰੇ ਆ, ਅਸੀਂ ਤੇਰੀ ਉਡੀਕ ਕਰ ਰਹੇ ਹਾਂ, ਤੇਰਾ ਇੰਤਜ਼ਾਰ ਕਰ ਰਹੇ ਹਾਂ। ਤੇ ਉਹ ਜੇ ਨਾ ਜਾਵੇ ਨਾ, ਫਿਰ ਮਾਂ ਜਾਂ ਪਿਤਾ ਮਗਰ ਜਾ ਕੇ ਉਹਨੂੰ ਲੈ ਕੇ ਆਉਂਦੇ ਵੀ ਚੱਲ ਘਰੇ ਤੇ ਚੱਲ ਤੂੰ। ਇਦਾਂ ਹੀ ਰੱਬ, ਇੱਕ ਤੇ ਉਹ ਬੰਦਾ ਜਿਹਨੇ ਕਰਮ ਚੰਗੇ ਕੀਤੇ, ਰੱਬ ਉਹਨਾਂ ਨੂੰ ਵੀ ਲੈਣ ਵਾਸਤੇ ਭੇਜਦਾ, ਉਹ ਤੇ ਖਿੜੇ ਮੱਥੇ ਜਾਂਦੇ ਵੀ ਸਾਡਾ ਨਤੀਜਾ ਵਧੀਆ, ਆਪਾਂ ਜਾਣਾ। ਤੇ ਆਪਾਂ ਕੀ ਪੜ੍ਹਦੇ, ਗੁਰਮੁਖ ਜਨਮ ਸਵਾਰ ਦਰਗਾਹ, ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਤੇ ਇੱਕ ਉਹ ਜਿਨ੍ਹਾਂ ਨੂੰ ਪਤਾ ਵੀ ਪੇਪਰ ਚੰਗਾ ਨਹੀਂ ਹੋਇਆ, ਐਗਜ਼ਾਮ 'ਚ ਨੰਬਰ ਚੰਗੇ ਨਹੀਂ ਆਏ, ਉਹ ਕਹਿੰਦੇ ਮੌਤ ਨਾ ਕਿਤੇ ਆ ਜੇ, ਜੇ ਮੌਤ ਆ ਗਈ ਤੇ ਮੂੰਹ ਜਾ ਕੇ ਰੱਬ ਨੂੰ ਕੀ ਵਿਖਾਉਣਾ। ਫਿਰ ਉਹ ਮੌਤ ਆਉਣ ਤੋਂ ਡਰਦੇ, ਤੇ ਜਦੋਂ ਮੌਤ ਆਉਣ ਤੋਂ ਡਰਦੇ ਨੇ, ਰੱਬ ਨੇ ਸੱਦਾ ਤੇ ਉਹਨਾਂ ਨੂੰ ਵੀ ਭੇਜਣਾ, ਉਹ ਜਾਣ ਤੋਂ ਵੀ ਇਨਕਾਰੀ ਹੁੰਦੇ, ਪਰ ਰੱਬ ਛੱਡਦਾ ਨਹੀਂ ਹੈ। ਮੌਤ ਰੂਪ ਫਰਿਸ਼ਤਾ ਫਿਰ ਛੱਡਦਾ ਨਹੀਂ, ਉਹ ਕੀ ਕਰਦਾ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ, ਉਹ ਫਿਰ ਸੰਗਲ ਬੰਨ ਕੇ ਲੈ ਕੇ ਜਾਂਦੇ ਵੀ ਘਰ ਤੇ ਤੈਨੂੰ ਜਾਣਾ ਹੀ ਪੈਣਾ। ਤੇ ਹੁਣ ਨਵੇੜਾ ਉੱਥੇ ਜਾ ਕੇ ਹੋਣਾ, ਅੱਗੇ ਗਏ ਸੀ ਆਪ ਸਨ, ਚੋਟਾਂ ਖਾਸੀ ਕੌਣ, ਪਤਾ ਤੇ ਉੱਥੇ ਜਾ ਕੇ ਲੱਗਣਾ ਨਾ, ਕਿਉਂਕਿ ਇੱਥੇ ਤੇ ਅਸੀਂ ਕਰਮ ਕਰ ਰਹੇ ਹਾਂ। ਤੇ ਸਤਿਗੁਰੂ ਜੀ ਬਾਣੀ 'ਚ ਇਸ ਗੱਲ ਨੂੰ ਬੜੇ ਪਿਆਰ ਨਾਲ ਸਾਨੂੰ ਸਮਝਾਉਂਦੇ ਵੀ ਇੱਥੇ ਬੰਦਾ ਚੰਗੇ ਕੰਮ ਕਰਦਾ ਨਾ, ਉਹ ਚੰਗੇ ਕੰਮ ਕਰਨ ਵਾਲਿਆਂ ਨੂੰ ਚੰਗੇ ਕੰਮ ਹੀ ਭਲੇ ਲੱਗ ਰਹੇ, ਤੇ ਜੇ ਕੋਈ ਪਾਪ ਕਰਦਾ ਉਹਨੂੰ ਪਾਪ ਵੀ ਚੰਗਾ ਹੀ ਲੱਗੀ ਜਾਂਦਾ, ਉਹ ਤਾਂ ਹੀ ਪਾਪ ਕਰ ਰਿਹਾ ਨਾ। ਵੇਖਣ ਵਾਲਾ ਕਹਿ ਸਕਦਾ ਤੇਰਾ ਕੰਮ ਚੰਗਾ ਨਹੀਂ, ਪਰ ਜਿਹੜਾ ਕਰਨ ਵਾਲਾ ਨਾ ਉਹ ਨਹੀਂ ਕਹਿੰਦਾ, ਉਹ ਕਹਿੰਦਾ ਕੰਮ ਬੜਾ ਚੰਗਾ ਜਿਹੜਾ ਮੈਂ ਕਰ ਰਿਹਾ। ਸਤਿਗੁਰੂ ਜੀ ਨੇ ਬਾਣੀ 'ਚ ਜ਼ਿਕਰ ਕੀਤਾ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਹੁਣ ਉਹ ਪਾਪ ਕਰਨ ਵਾਲੇ ਨੂੰ ਕੀ ਲੱਗ ਰਿਹਾ, ਜਿਹੜਾ ਮੈਂ ਕੰਮ ਕਰ ਰਿਹਾ ਬੜਾ ਵਧੀਆ। ਪਰ ਸੱਜਣਾ, ਜਿੱਦਣ ਚੋਟਾਂ ਵੱਜਣਗੀਆਂ ਨਾ, ਪਤਾ ਫੇਰ ਲੱਗੇਗਾ ਚੰਗਾ ਕੀ ਸੀ ਤੇ ਮੰਦਾ ਕੀ ਸੀ। ਇਸ ਲਈ ਜੇ ਰੱਬ ਦੇ ਤੈਨੂੰ ਮਾਇਕ ਪਦਾਰਥ ਦਿੱਤੇ ਹੋਏ, ਬੜੀ ਚੰਗੀ ਗੱਲ ਹੈ, ਉਹਨਾਂ ਦਿੱਤਿਆਂ ਦਾ ਸ਼ੁਕਰਾਨਾ ਕਰਦਾ ਰਿਹਾ ਕਰ, ਕਿਉਂਕਿ ਸੱਜਣਾ ਉੱਥੇ ਨਵੇੜਾ ਕੇਵਲ ਤੇ ਕੇਵਲ ਤੇਰੇ ਕਰਮਾਂ ਦਾ ਹੋਣਾ, ਇਹਨਾਂ ਮਾਇਕ ਪਦਾਰਥਾਂ ਨੂੰ ਕਿਤੇ ਵੀ ਗਿਣਿਆ ਨਹੀਂ ਜਾਣਾ। ਪਾਸ ਦਮਾਮੇ ਛਤ ਸਿਰ, ਭੇਰੀ ਛੱਡੋ ਰੱਡ। ਹੁਣ ਪਾਸ ਦਾ ਮਤਲਬ ਕੋਲ, ਇੰਨੇ ਧਨ ਪਦਾਰਥ ਨੇ ਕੋਲੇ। ਦਮਾਮੇ, ਦਮਾਮੇ ਮਤਲਬ ਨਗਾਰੇ। ਛੱਤ ਸਿਰ, ਛੱਤ ਇੱਥੇ ਲਫ਼ਜ਼ ਵਰਤਿਆ ਗਿਆ ਛਤਰ ਲਈ, ਵੀ ਕੋਲੇ ਨਗਾਰੇ ਵੱਜਦੇ ਨੇ, ਛਤਰ ਸਿਰ ਤੇ ਝੁੱਲਦਾ। ਭੇਰੀ, ਭੇਰੀ ਲਫ਼ਜ਼ ਵਰਤਿਆ ਜਾਂਦਾ ਢੋਲਕੀ ਲਈ। ਛੱਡੋ ਰੱਡ, ਛੱਡੋ ਲਫ਼ਜ਼ ਜਿਹੜੇ ਇਹ ਛੱਡੋ ਦਾ ਮਤਲਬ ਹੈ ਉਸਤਤ ਦੇ ਗੀਤ, ਸ਼ੋਭਾ ਦੇ ਗੀਤ। ਰੱਡ ਦਾ ਮਤਲਬ ਪੱਟ,
ਸਿਫਤ ਗਾਉਣ ਵਾਲੇ, ਸ਼ਲਾਘਾ ਕਰਨ ਵਾਲੇ। ਇਹ ਨਾ ਇੱਕ ਛੰਦ ਦੀ ਕਿਸਮ ਹੈ। ਆਪਾਂ ਜਦੋਂ ਪੱਟ ਸਾਹਿਬਾਨਾਂ ਦੇ ਸਵਈਏ ਪੜ੍ਹਦੇ ਹਾਂ, ਉਹਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੀ ਉਸਤਤ ਵਿੱਚ ਜਿਹੜੇ ਸਵਈਏ ਗਾਏ ਗਏ, ਉਹਨਾਂ ਦੇ ਅੰਦਰ ਇੱਕ ਛੰਦ ਦਾ ਨਾਮ ਪੱਟ ਸਾਹਿਬਾਨ ਨੇ ਦਿੱਤਾ, ਰੱਡ। ਭਗਤ ਫਰੀਦ ਸਾਹਿਬ ਕਹਿੰਦੇ, ਸੱਜਣਾ ਬਹੁਤ ਕੁਝ ਜੋੜ ਲਿਆ ਤੂੰ, ਇੱਕ ਨਾ ਆਟਾ ਅਗਲਾ। ਹੁਣ ਉਸੇ ਸ਼ਲੋਕ ਨੂੰ ਨਾਲ ਲੈ ਕੇ ਚੱਲਿਓ। ਕਿੰਨਾ ਕੁ ਅਗਲਾ ਆਟਾ, ਕਿੰਨੇ ਕੁ ਮਾਇਕ ਪਦਾਰਥ, ਉਹਦੇ ਸਿਰ ਤੇ ਛਤਰ ਝੁੱਲਦਾ, ਉਹਦੇ ਨਾਮ ਦੀ ਢੋਲਕੀ ਵੱਜਦੀ ਹੈ, ਉਹਦੇ ਨਗਾਰੇ ਵੱਜਦੇ, ਉਹਦੇ ਦੂਰ ਦੂਰ ਤੱਕ ਲੋਕਾਂ ਨੂੰ ਪਤਾ ਵੀ ਇਹ ਰਾਜਾ ਹੈ, ਦੂਰ ਦੂਰ ਤੱਕ ਲੋਕਾਂ ਨੂੰ ਪਤਾ ਵੀ ਇਹ ਬੜਾ ਵੱਡਾ ਬਾਦਸ਼ਾਹ ਹੈ। ਇਕਨੋਮਿਕਲੀ ਇਹਦੇ ਬਰਾਬਰ ਤਾਂ ਕੋਈ ਨਹੀਂ ਕਰ ਸਕਦਾ। ਇੰਨੀ ਕੁ ਕੋਲੇ ਧਨ ਪਦਾਰਥ, ਮਾਇਕ ਪਦਾਰਥ ਜਿਹੜੇ ਉਹ ਜੋੜ ਕੇ ਬੈਠਾ ਹੈ, ਜਿਹਨੂੰ ਸਤਿਗੁਰੂ ਜੀ ਬਾਣੀ 'ਚ ਪਤਾ ਕੀ ਕਹਿ ਦਿੰਦੇ ਨੇ, 12 ਜੋਜਨ ਛਤਰ ਚੱਲੇ ਥਾ। ਇੰਨਾ ਜਿਹੜਾ ਉਹ ਰਾਜ ਭਾਗ ਹੈ, ਇੰਨਾ ਕੁ ਨਾਮਨਾ ਵੀ 48 ਕੋਹ ਤੱਕ ਉਹਦੇ ਸਿਰ ਤੇ ਛਤਰ ਚੱਲ ਰਿਹਾ, 48 ਕੋਹ ਤੱਕ ਉਹਦੇ ਸਿਰ ਤੇ ਛਤਰ ਝੁੱਲ ਰਿਹਾ। ਭਾਵ ਇਹ ਵੀ ਉਹਦੀ ਸੈਨਾ ਹੀ ਏਡੀ ਕੁ ਵੱਡੀ ਹੈ, ਸੈਨਾ ਉਹਦੀ ਏਡੀ ਵੱਡੀ ਵੀ ਜਿੱਧਰਲੇ ਪਾਸੇ ਜਾਂਦਾ ਇਹੋ ਲੱਗਦਾ ਜਿਵੇਂ ਕਾਲੀਆਂ ਘਟਾਵਾਂ ਚੜ ਕੇ ਆ ਗਈਆਂ। ਧਨ ਤੇ ਜੋੜਨ ਨੂੰ ਬਥੇਰਾ ਕੁਝ ਜੋੜ ਲਿਆ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪੜ੍ਹ ਕੇ ਵੇਖੋ। ਮੱਲ ਕਹਿੰਦੇ, ਜੀਤ ਫਿਰੇ ਸਭ ਦੇਸ਼ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ, ਹੈ ਰਾਜ ਹਜ਼ਾਰੇ, ਭੂਤ ਭਵਿਖ ਭਵਾਨ ਕੇ ਭੂਪਤ, ਕੌਣ ਗਨੈ ਨਹੀਂ ਜਾਤ ਵਿਚਾਰੇ। ਹੁਣ ਇਹ ਸਾਰਾ ਕੁਝ ਕੀ ਹੈ? ਮਾਇਕ ਪਦਾਰਥ ਹੀ ਨੇ ਨਾ। ਉਹ ਮਾਇਕ ਪਦਾਰਥ ਹੀ ਨੇ ਜਿਹਨੂੰ ਇਸ ਤੋਂ ਪਹਿਲੇ ਸਵਈਏ ਵਿੱਚ ਵੀ ਆਖਿਆ ਸੀ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ, ਗਾਉਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ, ਸੀਸ ਨਾ ਜਾਤ ਵਿਚਾਰੇ। ਇਹ ਕੀ ਨੇ? ਸਾਰਾ ਮਾਇਕ ਪਦਾਰਥ ਨੇ ਨਾ, ਇਨਸਾਨ ਜੋੜ ਕੇ ਬੈਠਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੋ ਜ਼ਿਕਰ ਕੀਤਾ, ਉਹੀ ਪੱਖ ਇੱਥੇ ਬਾਬਾ ਫਰੀਦ ਜੀ ਦਾ, ਵੀ ਇਸ ਇਨਸਾਨ ਨੇ ਇੰਨਾ ਕੁ ਧਨ ਜੋੜ ਲਿਆ, ਇੰਨੇ ਕੁ ਮਾਇਕ ਪਦਾਰਥ ਇਕੱਠੇ ਕਰ ਲਏ, ਇਹਦੇ ਨਾਮ ਦਾ ਨਗਾਰਾ ਵੱਜਣ ਲੱਗ ਪਿਆ। ਕਦੇ ਗੁਰੂ ਨਾਨਕ ਸਾਹਿਬ ਨੂੰ ਪੜ੍ਹ ਕੇ ਵੇਖੋ। ਬਾਣੀ ਪੜ੍ਹਨ ਵਾਲੇ ਸੱਜਣ ਬੈਠੇ ਹੋ, ਤੇ ਮਾਲਕ ਨੇ ਜਪਜੀ 'ਚ ਜ਼ਿਕਰ ਕੀਤਾ, ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ। ਆ ਧਨ ਪਦਾਰਥ ਹੀ ਹੈ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਪਰ ਅਗਲਾ ਖਿਆਲ ਕਰੀ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਤੇ ਫਿਰ ਹੋਣਾ ਕੀ ਹੈ? ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਆ ਹੋਣਾ ਹੀ ਹੋਵੇਗਾ ਰਾਜਾ, ਨਵਾਂ ਖੰਡਾਂ ਵਿੱਚ ਜਾਣਿਆ ਵੀ ਜਾਂਦਾ ਹੋਏਗਾ, ਤੇਰਾ ਨਾਮ ਵੀ ਚੰਗਾ ਹੋਏਗਾ, ਜਿੱਧਰ ਮਰਜੀ ਆਵਾਜ਼ ਮਾਰਦੇ ਤੇਰੇ ਨਾਲ ਤੁਰਨ ਨੂੰ ਸਾਰੇ ਹੀ ਤਿਆਰ ਨੇ। ਪਰ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਤੇਰੀ ਬਾਤ ਵੀ ਕਿਸੇ ਨਹੀਂ ਪੁੱਛਣੀ। ਤੇ ਫਿਰ ਤੈਨੂੰ ਕੀੜਿਆਂ ਤੋਂ ਵੀ ਕੀੜਿਆਂ ਨੂੰ ਪੈਣ ਵਾਲਾ ਕੀੜਾ ਮੰਨਿਆ ਜਾਣਾ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਮੱਥੇ ਤੇ ਦੋਸ਼ ਮੜਿਆ ਜਾਣਾ ਤੇਰੇ, ਤੈਨੂੰ ਕਲੰਕਿਤ ਗਿਣਿਆ ਜਾਣਾ, ਤੈਨੂੰ ਦੋਸ਼ੀ ਕਰਾਰ ਦਿੱਤਾ ਜਾਣਾ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਤੂੰ ਰੱਬ ਨੂੰ ਚੇਤੇ ਨਹੀਂ ਕੀਤਾ। ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਤੂੰ ਅਕਾਲ ਪੁਰਖ ਦੇ ਚਿੰਤਨ 'ਚ ਨਹੀਂ ਜੁੜਿਆ। ਤੈਨੂੰ ਕਮੀ ਕਿਸ ਗੱਲ ਦੀ ਸੀ? ਜਿਸ ਪਾਸੇ ਮਰਜ਼ੀ ਹੋ ਤੁਰਦਾ, ਰੱਬ ਦੀ ਹਰ ਦਾਤ ਤੇਰੇ ਕੋਲ, ਹਰ ਸ਼ਖਸ ਤੇਰੇ ਨਾਲ ਤੁਰਨ ਨੂੰ ਤਿਆਰ। ਦੁਨੀਆ ਦਾ ਕੋਈ ਬੰਦਾ ਤੇਰੇ ਕੋਲ ਜਿੱਤਣ ਤੈਨੂੰ ਨਹੀਂ ਸੀ ਆ ਸਕਦਾ, ਕਿਉਂ? ਤੂੰ ਸਾਰਿਆਂ ਤੋਂ ਵੱਡਾ ਬਾਦਸ਼ਾਹ ਸੀ, ਸਾਰੇ ਰਾਜੇ ਤੇਰੇ ਚਰਨਾਂ 'ਚ ਬਹਿੰਦੇ ਸਨ। ਪਰ ਜੇ ਤੈਨੂੰ ਫਿਰ ਵੀ ਨਜ਼ਰ ਨਹੀਂ ਆਇਆ, ਤੂੰ ਫਿਰ ਵੀ ਉਹਦੀ ਕਿਰਪਾ ਦਾ ਪਾਤਰ ਨਹੀਂ ਬਣਿਆ, ਤੂੰ ਫਿਰ ਵੀ ਉਹਦੀ ਰਹਿਮਤ ਤੋਂ ਸੱਖਣਾ ਰਹਿ ਗਿਆ। ਤੇ ਹੁਣ ਸੱਜਣਾ, ਇਹਦੇ 'ਚ ਦੋਸ਼ ਨਾ ਰੱਬ ਦਾ ਤੇ ਨਾ ਕਿਸੇ ਹੋਰ ਦਾ। ਹੁਣ ਤੂੰ ਆਪਣਾ ਦੋਸ਼ੀ ਆਪ ਹੈ, ਤੇ ਹੁਣ ਤੈਨੂੰ ਦੋਸ਼ੀ ਕਰਾਰ ਦਿੱਤਾ ਜਾਣਾ, ਰੱਬ ਵੱਲੋਂ ਵੀ ਦਿੱਤਾ ਜਾਣਾ।
ਤੇ ਤੈਨੂੰ ਕੀੜਿਆਂ ਦੇ ਵਿੱਚ ਕੀੜਾ ਗਿਣਿਆ ਜਾਣਾ। ਅੱਜ ਕਹਿ ਰਹੇ ਨੇ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਆ ਸਾਰਾ ਕੁਝ ਇੱਕ ਇਨਸਾਨ ਨੇ ਆਪਣੇ ਕੋਲ ਜੋੜ ਲਿਆ। ਜਾਏ ਸੁਤੇ ਵੀਰਾਣ ਮੈਂ ਥੀਏ ਅਤੀਮਾ ਗੱਡ। ਜਿਰਾਣ ਕਿਹਾ ਜਾਂਦਾ ਕਬਰ, ਉੱਥੇ ਜਾ ਕੇ ਸੌਂ ਗਏ ਤੇ ਸੁੱਤੇ ਵੀ ਇਦਾਂ ਜਿਵੇਂ ਯਤੀਮ ਹੁੰਦੇ ਵੀ ਉਹਨਾਂ ਨੂੰ ਕੋਈ ਜਾਣਦਾ ਹੀ ਨਹੀਂ। ਜਿਹੜਾ ਪੱਖ ਮੈਂ ਪਹਿਲੋਂ ਰੱਖਿਆ ਸੀ 12 ਜੋਜਨ ਛਤਰ ਚੱਲੇ ਥਾ, ਅਗਾਂਹ ਜਾ ਕੇ ਕੀ ਹੋ ਗਿਆ, ਯਤੀਮ ਹੋ ਗਿਆ ਨਾ। ਦੇਹੀ ਗਿਰਝਨ ਖਾਈ, ਦੇਹੀ ਸਾਂਭਣ ਵਾਲਾ ਵੀ ਕੋਈ ਨਹੀਂ ਆਇਆ। ਯਤੀਮ ਆਪਾਂ ਉਹਨੂੰ ਹੀ ਕਹਿੰਦੇ ਆ ਨਾ ਜਿਹਨੂੰ ਸਾਂਭਣ ਵਾਲਾ ਕੋਈ ਨਾ ਹੋਵੇ, ਉਹਨੂੰ ਹੀ ਕਹਿੰਦੇ ਭਾਈ ਯਤੀਮ ਹੈ। ਤੇ ਜਿਸ ਬੰਦੇ ਦੀ ਦੇਹੀ ਕਿਸੇ ਨੇ ਨਹੀਂ ਸਾਂਭੀ ਉਹਨੂੰ ਕੀ ਕਹਾਂਗੇ ਆਪਾਂ, ਯਤੀਮ ਹੀ ਆਖਾਂਗੇ ਨਾ ਵੀ ਇਹਦਾ ਕੋਈ ਹੋਣਾ ਹੀ ਨਹੀਂ ਭਾਈ, ਤਾਂ ਕਰਕੇ ਸਾਂਭਣ ਨਹੀਂ ਆਇਆ। ਉਹ ਜਿਹੜਾ 48 ਕੋਹ ਦੇ 48 ਕੋਹਾਂ ਤੱਕ ਸੈਨਾ ਤੁਰੀ ਫਿਰਦੀ ਸੀ, ਛਤਰ ਚੱਲ ਰਿਹਾ ਸੀ, ਉਹ ਹੋਣ ਦੇ ਬਾਵਜੂਦ ਵੀ ਜਿੱਦਣ ਮਰਿਆ ਉਦਣ ਦੇਹੀ ਗਿਰਜਾਂ ਨੇ ਖਾਧੀ, ਪੰਛੀਆਂ ਨੇ ਖਾਧੀ। ਸੱਜਣਾ ਤੇਰੀ ਦੇਹ ਸਾਂਭਣ ਵਾਲਾ ਵੀ ਕੋਈ ਨਹੀਂ ਆਇਆ। 1 ਲੱਖ ਪੂਤ 1.25 ਲੱਖ ਨਾਤੀ ਤੇਹ ਰਾਵਣ ਕਰ ਦਿਆ ਨਾ ਬਾਤੀ। ਹੁਣ ਏਡੂ ਵੱਡਾ ਯਤੀਮ ਕੌਣ ਹੋ ਸਕਦਾ? ਇਸ ਤੋਂ ਵੱਡਾ ਯਤੀਮ ਮੰਨਾਂਗੇ ਕਿਸੇ ਨੂੰ? ਜ਼ਰੂਰੀ ਯਤੀਮ ਉਹ ਨਹੀਂ ਹੁੰਦਾ ਵੀ ਜਿਹੜਾ ਜਿਹਦੇ ਮਾਂ-ਬਾਪ ਸਿਰ ਤੇ ਨਹੀਂ ਤੇ ਉਹਦੇ ਮਾਂ-ਬਾਪ ਸਿਰ ਤੋਂ ਚਲੇ ਗਏ ਉਹਨੂੰ ਆਪਾਂ ਅਨਾਥ ਕਹਿਤਾ, ਯਤੀਮ ਕਹਿਤਾ, ਪਰ ਉਹਦੀ ਪਰਵਰਿਸ਼ ਫਿਰ ਵੀ ਹੋ ਰਹੀ ਹੈ, ਉਹਦੀ ਪਾਲਣਾ ਫਿਰ ਵੀ ਹੋ ਰਹੀ ਹੈ। ਤੇ ਇੱਕ ਬੰਦੇ ਦੇ ਮਰ ਜਾਣ ਉੱਤੇ ਉਹਦੀ ਦੇਹੀ ਸਾਂਭਣ ਵਾਲਾ ਕੋਈ ਨਾ ਆਵੇ, ਉਹਨੂੰ ਆਪਾਂ ਖਸਮ ਵਾਲਾ ਜਾਂ ਸਾਂਭਣ ਵਾਲੇ ਤੋਂ ਸਾਂਭਣ ਵਾਲਾ ਉਹਨੂੰ ਕੋਈ ਹੋਵੇ ਇਹ ਨਹੀਂ ਕਹਿ ਸਕਦੇ। ਉਹ ਵੀ ਫਿਰ ਯਤੀਮ ਹੀ ਹੈ, ਉਹ ਖਸਮ ਵਾਲਾ ਨਹੀਂ ਹੈ, ਹੈ ਹੀ ਨਹੀਂ ਇਹਨੂੰ ਸਾਂਭਣ ਵਾਲਾ ਕੋਈ। ਤੇ ਮਾਲਕ ਕਹਿੰਦੇ ਹੁਣ ਇੰਨਾ ਕੁਛ ਤੂੰ ਇਕੱਠਾ ਕਰ ਲਿਆ, ਪਰ ਜਿੱਦਣ ਮਰਿਆ ਸੱਜਣਾ ਉਦਣ ਯਤੀਮ ਹੋ ਕੇ ਮਰਿਆ। ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਜਾਂ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਯਤੀਮ ਹੀ ਹੈ, ਕਿਹੜਾ ਖਸਮ ਵਾਲਾ। ਜੇ ਔਰੰਗਜ਼ੇਬ ਦੀ ਗੱਲ ਕਰਾਂਗੇ ਤੇ ਉਹਦੀ ਕਬਰ ਤੇ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ, ਯਤੀਮ ਹੀ ਹੈ। ਹੋਏਗਾ ਬਾਦਸ਼ਾਹ ਆਪਣੇ ਸਮੇਂ ਦਾ, ਸੀ ਬਾਦਸ਼ਾਹ ਆਪਣੇ ਸਮੇਂ ਦਾ, ਰਾਜ ਕੀਤਾ ਅਗਲੇ ਨੇ, ਪਰਵਾਹ ਨਹੀਂ ਸੀ ਕਿਸੇ ਗੱਲ ਦੀ, ਉਹਨੂੰ ਕਿਸੇ ਗੱਲ ਦੀ ਖੌਫ ਨਹੀਂ ਸੀ, ਚਿੰਤਾ ਨਹੀਂ ਸੀ। ਪਰ ਜਿੱਦਣ ਮਰਿਆ ਉਦਣ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਰਿਹਾ। ਰਾਜ ਕਮਾ ਲੈਣਾ ਮਾੜੀ ਗੱਲ ਨਹੀਂ ਹੈ, ਪਰ ਰਾਜ ਕਮਾਉਣ ਤੋਂ ਬਾਅਦ ਵਿੱਚ ਮਰਨ ਲੱਗਿਆ ਯਤੀਮਾਂ ਵਾਂਗੂ ਮਰਨਾ, ਫਿਰ ਸੋਚਣਾ ਪਏਗਾ ਵੀ ਰਾਜ 'ਚ ਕਮੀ ਕਿੱਥੇ ਰਹਿ ਗਈ ਸੀ ਵੀ ਕੋਈ ਸਾਂਭਣ ਵਾਲਾ ਵੀ ਨਹੀਂ ਆਇਆ। ਤੇ ਇੱਕ ਨਿੱਕਾ ਜਿਹਾ ਪੱਖ ਹੋਰ ਰੱਖਦੇ ਹਾਂ। ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ। ਰਾਜ ਵੀ ਇਹਨੇ ਚੰਗੇ ਢੰਗ ਨਾਲ ਕੀਤਾ ਵੀ ਜਿੱਦਣ ਸਰੀਰ ਕਰਕੇ ਚੜ੍ਹਾਈ ਕਰਦਾ ਉਦਣ ਤੇ ਸਾਰਾ ਪੰਜਾਬ ਰੋਂਦਾ ਹੀ ਰੋਂਦਾ ਹੈ। ਪਰ ਅੱਜ ਵੀ ਉਹਨਾਂ ਦੇ ਰਾਜ ਨੂੰ ਚੇਤਾ ਕਰਕੇ ਪੰਜਾਬ ਨੂੰ ਰੋਣਾ ਹੀ ਪੈਂਦਾ ਹੈ। ਅੱਜ ਵੀ ਜਦੋਂ ਉਹ ਸਮਾਂ ਚੇਤੇ ਕਰਦਾ ਉਦੋਂ ਹੀ ਪੰਜਾਬ ਦਾ ਹਰ ਸ਼ਖਸ, ਪੰਜਾਬ ਨੂੰ ਪਿਆਰ ਕਰਨ ਵਾਲਾ, ਉਹਦੀਆਂ ਅੱਖਾਂ 'ਚ ਅੱਥਰੂ ਆ ਜਾਂਦੇ। ਰਾਜ ਹੋਵੇ ਤੇ ਇਦਾਂ ਦਾ ਹੋਵੇ ਨਾ ਵੀ ਰਾਜਾ ਜਾਵੇ ਯਤੀਮਾਂ ਵਾਂਗੂ ਨਾ ਜਾਵੇ, ਜਿੱਦਣ ਜਾਵੇ ਵੀ ਉਦਣ ਰਾਜਿਆਂ ਵਾਂਗੂ ਹੀ ਜਾਵੇ ਵੀ ਸੱਚਮੁੱਚ ਰਾਜਾ ਸੀ ਭਾਈ। ਉਹ ਕੀ ਸਾਰੀ ਜ਼ਿੰਦਗੀ ਰਾਜ ਕਰਦਾ ਰਿਹਾ ਤੇ ਜਿੱਦਣ ਮਰਿਆ ਉਸ ਦਿਨ ਮਰੇ ਦੇ ਉੱਤੇ ਕੋਈ ਆਇਆ ਵੀ ਨਹੀਂ ਤੇ ਯਤੀਮ ਬਣ ਗਿਆ ਹੋਵੇ। ਉਦਣ ਸਾਰੀ ਜ਼ਿੰਦਗੀ ਇਹ ਕਹਿੰਦਾ ਰਿਹਾ ਮੈਂ ਤੁਹਾਡਾ ਰਾਜਾ,
ਤੇ ਇਹਦਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਪਰਜਾ ਨੂੰ ਜ਼ਬਰਦਸਤੀ ਮਨਾਇਆ ਹੋਇਆ ਸੀ, ਤੂੰ ਰਾਜਾ ਹੈ ਸਾਡਾ। ਪਰਜਾ ਨਹੀਂ ਸੀ ਮੰਨਣ ਨੂੰ ਤਿਆਰ, ਤੂੰ ਰਾਜਾ ਹੈ। ਤੇ ਜਿੱਦਣ ਮਰਿਆ ਉਦਣ ਪਰਜਾ ਨੇ ਦੱਸਤਾ ਉਹਨੂੰ ਯਤੀਮ ਕਰਕੇ, ਉਹ ਤੂੰ ਰਾਜਾ ਤੇ ਸੀ ਪਰ ਧੱਕੇ ਨਾਲ ਜ਼ਬਰਦਸਤੀ ਬਣਿਆ ਰਾਜਾ ਸੀ, ਅਸੀਂ ਤੈਨੂੰ ਰਾਜਾ ਨਹੀਂ ਸੀ ਮੰਨਦੇ। ਤੇ ਜਦੋਂ ਰਾਜਾ ਮਰੇ, ਜਿਨਨੇ ਪਿਆਰ ਨਾਲ ਆਪਣਾ ਰਾਜ ਜਿਹੜਾ ਉਹ ਕਾਇਮ ਕੀਤਾ ਹੋਏ ਤੇ ਪਰਜਾ ਉਹਨੂੰ ਆਪਣਾ ਸੱਚਮੁੱਚ ਰਾਜਾ ਮੰਨਦੀ ਹੋਏ, ਤੇ ਉਦਣ ਪਤਾ ਲੱਗਦਾ ਫਿਰ ਜਿੱਦਣ ਉਹ ਮਰਦਾ ਉਦਣ ਫਿਰ ਪਰਜਾ ਦੱਸਦੀ ਹੈ ਵੀ ਸਾਨੂੰ ਤੇਰੇ ਵਰਗੇ ਰਾਜੇ ਦੀ ਲੋੜ ਹੈ। ਉਦਣ ਉਹ ਯਤੀਮਾਂ ਵਾਂਗੂ ਨਹੀਂ ਜਾਂਦਾ। ਫਿਰ ਉਹਨਾਂ ਰਾਜਿਆਂ ਦੇ ਉਹਨਾਂ ਥਾਵਾਂ ਤੇ ਮੇਲੇ ਲੱਗਦੇ, ਫਿਰ ਦੁਨੀਆ ਦੱਸਦੀ ਵੀ ਤੁਹਾਡੇ ਵਰਗਿਆਂ ਦੀ ਸਾਨੂੰ ਲੋੜ ਹੈ। ਕਿਸੇ ਵੀ ਪੱਖ ਨੂੰ, ਕਿਸੇ ਸ਼ਹੀਦ ਦਾ ਜੀਵਨ ਪੜ੍ਹ ਕੇ ਵੇਖ ਲਓ, ਉਹਨਾਂ ਦੀਆਂ ਸ਼ਹੀਦੀ ਅਸਥਾਨਾਂ ਤੇ ਸ਼ਹਾਦਤਾਂ ਤੇ ਜਿਹੜੇ ਸ਼ਹੀਦੀ ਜੋੜ ਮੇਲੇ ਲੱਗ ਰਹੇ, ਉਹ ਇਸ ਗੱਲ ਦਾ ਪ੍ਰਮਾਣ ਹੈ, ਪ੍ਰੂਫ ਹੈ ਕਿ ਸਾਨੂੰ ਇਹਨਾਂ ਵਰਗਿਆਂ ਯੋਧਿਆਂ ਦੀ ਲੋੜ ਹੈ। ਕਿਉਂਕਿ ਇਹਨਾਂ ਕਿਸੇ ਤੇ ਜਬਰੀ ਜ਼ੁਲਮ ਕਰਕੇ ਆਪਣਾ ਰਾਜ ਕਾਇਮ ਨਹੀਂ ਕੀਤਾ। ਤੇ ਸੋਚੋ ਤੁਸੀਂ, ਮਹਾਰਾਜਾ ਰਣਜੀਤ ਸਿੰਘ ਦੇ ਜੀਵਨ 'ਚ ਮੈਂ ਇੱਕ ਨਿੱਕਾ ਜਿਹਾ ਪੱਖ ਰੱਖਦਾ ਚੱਲਾਂ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਪੰਜਾਬ 'ਚ, ਅੰਗਰੇਜ਼ ਵੀ ਆ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਨੌਕਰੀ ਕਰਨ ਨੂੰ ਤਿਆਰ ਸੀ ਵੀ ਰਾਜਾ ਹੋਵੇ ਤੇ ਇਦਾਂ ਦਾ ਹੋਵੇ। ਖੁਦ ਅੰਗਰੇਜ਼ੀ ਅਫਸਰ ਆ ਕੇ ਮਹਾਰਾਜਾ ਰਣਜੀਤ ਸਿੰਘ ਅੱਗੇ ਨਿਵੇਦਨ ਬੇਨਤੀ ਕਰਿਆ ਕਰਦੇ ਸੀ ਵੀ ਤੁਸੀਂ ਕਿਰਪਾ ਕਰੋ, ਸਾਨੂੰ ਆਪਣੇ ਕੋਲ ਨੌਕਰੀ ਰੱਖ ਲਓ, ਸੇਵਕ ਬਣਾ ਲਓ, ਅਸੀਂ ਤੁਹਾਡੀ ਸੈਨਾ 'ਚ ਸੈਨਾਪਤੀ ਜਾਂ ਸੈਨਿਕ ਬਣ ਕੇ ਰਹਿਣ ਨੂੰ ਤਿਆਰ ਹਾਂ, ਤੁਸੀਂ ਆਪਣੇ ਕੋਲ ਸਾਨੂੰ ਨੌਕਰੀ ਤੇ ਰੱਖ ਲਓ। ਕਿੱਦਾਂ ਦਾ ਚੰਗਾ ਰਾਜ ਹੋਏਗਾ। ਖੈਰ, ਭਗਤ ਫਰੀਦ ਸਾਹਿਬ ਅੱਜ ਕਹਿ ਰਹੇ, ਕਹਿੰਦੇ ਜਾਏ ਸੁੱਤੇ ਜੀ ਰਾਣ ਮੇ ਸੱਜਣਾ, ਠੀਕ ਹੈ ਤੇਰੇ ਕੋਲ ਦਮਾਮੇ ਨੇ, ਠੀਕ ਹੈ ਤੇਰੇ ਕੋਲ, ਤੇਰੇ ਸਿਰ ਤੇ ਛਤਰ ਵੀ ਚੱਲ ਰਿਹਾ, ਢੋਲਕੀਆਂ ਵੱਜ ਰਹੀਆਂ, ਤੇਰੇ ਖੁਸ਼ੀ ਦੇ ਗੀਤ ਗਾਉਣ ਵਾਲੇ, ਤੇਰੀ ਸ਼ੋਭਾ ਦੇ ਗੀਤ ਗਾਉਣ ਵਾਲੇ ਤੇਰੇ ਕੋਲ ਭੱਟ ਜਿਹੜੇ ਨੇ ਉਹ ਰੱਖੇ ਹੋਏ ਤੇਰੀ ਸਿਫਤ ਸਲਾਹ ਕਰਨ ਵਾਲੇ, ਪਰ ਖਿਆਲ ਕਰੀ ਕਿਤੇ ਇਦਾਂ ਦਾ ਜੀਵਨ, ਇਦਾਂ ਦਾ ਰਾਜ ਨਾ ਕਰਕੇ ਜਾਈ ਕਿ ਜਿੱਦਣ ਜਾਵੇਂ ਉਦਣ ਜਰਾਨ 'ਚ ਸੌਣ ਲੱਗਿਆਂ ਤੈਨੂੰ ਯਤੀਮ ਬਣ ਕੇ ਸੌਣਾ ਪਏ। ਕਿਤੇ ਇਹ ਨਾ ਹੋਵੇ ਤੇ ਤੂੰ ਇਸ ਲਈ ਰਾਜ ਉਦਾਂ ਦਾ ਕਰ ਕਿ ਜਿੱਦਣ ਜਰਾਨ ਵਿੱਚ ਸੌਵੇਂ ਉਦਣ ਇਉਂ ਲੱਗੇ ਵੀ ਤੂੰ ਸੱਚਮੁੱਚ ਰਾਜਾ ਬਣ ਕੇ ਚੱਲੇ ਆਂ। ਖੈਰ, ਆਹ ਪੱਖ ਅੱਜ ਬਾਬਾ ਫਰੀਦ ਜੀ ਦੂਸਰੇ ਸ਼ਲੋਕ 'ਚ ਰੱਖ ਰਹੇ। ਥੋੜਾ ਜਿਹਾ ਮੈਂ ਹੁਣ ਸਾਕਾ ਨੀਲੇ ਤਾਰੇ ਦਾ ਪੱਖ ਜਿਹੜਾ ਉਹਨੂੰ ਰੱਖਦਾ ਚੱਲਾਂ। ਸਾਕੇ ਨੀਲੇ ਤਾਰੇ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਹੱਥ ਜੋੜ ਕੇ ਮੈਂ ਕੁਝ ਕੁ ਬੇਨਤੀਆਂ ਕਰਨੀਆਂ। ਸਭ ਤੋਂ ਪਹਿਲਾਂ ਤੇ ਜਦੋਂ ਇਹ ਸਾਕਾ ਵਿਚਾਰੀਏ ਤੇ ਉਦੋਂ ਪੱਖਪਾਤੀ ਹੋ ਕੇ ਨਾ ਵਿਚਾਰਿਓ, ਨਿਰਪੱਖ ਹੋ ਕੇ। ਦੂਜਾ ਪੱਖ ਇਹ, ਦੂਜੀ ਬੇਨਤੀ, ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਨਹੀਂ ਹੈ, ਪਰ ਜੋ ਆਪਣੀ ਕੌਮ ਦੀ ਦਾਸਤਾਂ ਉਹਨੂੰ ਛੁਪਾ ਕੇ ਵੀ ਮੈਂ ਨਹੀਂ ਰੱਖ ਸਕਦਾ। ਇਸ ਲਈ ਯਤਨ ਕਰੀਏ ਕਿ ਆਪਾਂ ਇਹ ਸਾਕੇ ਨੀਲੇ ਤਾਰੇ ਨੂੰ ਵਿਚਾਰਨ ਲੱਗਿਆਂ ਇਹ ਸੋਚ ਕੇ ਨਾ ਚੱਲੀਏ ਵੀ ਇਹ ਕਿਸੇ ਧਰਮ ਦਾ ਜਾਂ ਇਹ ਫਲਾਣੇ ਧਰਮ ਦਾ, ਇਹ ਫਲਾਣੇ ਧਰਮ ਦਾ। ਕਿਉਂਕਿ ਸਾਕੇ ਨੀਲੇ ਤਾਰੇ 'ਚ ਸ਼ਹੀਦ ਹੋਣ ਵਾਲੇ, ਕਹਿ ਸਕਦੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਉਸ ਦਰ ਤੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਇਕੱਲੇ ਸਿੱਖ ਨਹੀਂ ਸੀ, ਹੋਰ ਧਰਮਾਂ ਦੇ ਵੀ ਉਸ ਥਾਂ ਦੇ ਉੱਤੇ ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ। ਤੇ ਉਹ ਵੀ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਅਜੇ ਤੱਕ ਪਤਾ ਲੱਗਾ ਵੀ ਅਸੀਂ ਧਰਮ ਕਿਹੜੇ ਨਾਲ ਸੰਬੰਧ ਰੱਖਦੇ ਹਾਂ। ਭਾਵ ਜਿਨ੍ਹਾਂ ਦੀ ਉਮਰ ਅਜੇ ਬੱਚਿਆਂ ਵਾਲੀ, ਬਚਪਨ ਜਿਨ੍ਹਾਂ ਦੇ ਕੋਲ, ਬਚਪਨ ਵਿੱਚ ਨਹੀਂ ਨਾ ਪਤਾ ਵੀ ਮੈਂ ਕੌਣ ਆ, ਮੈਂ ਕਿਹੜੇ ਧਰਮ ਨਾਲ, ਬਾਹਰੀ ਤੌਰ ਤੇ ਕਿਹੜੇ ਧਰਮ ਨਾਲ ਸੰਬੰਧ ਰੱਖਦਾ, ਬਚਪਨ ਵਿੱਚ ਨਹੀਂ ਪਤਾ। ਉਹ ਵੀ ਉਸ ਥਾਂ ਦੇ ਉੱਤੇ ਸ਼ਹੀਦ ਹੋਣ ਵਾਲੇ ਨੇ ਜਿਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਸੀ ਪਤਾ ਵੀ ਬਾਹਰੀ ਤੌਰ ਤੇ ਸਾਡਾ ਧਰਮ ਕਿਹੜਾ। ਇਸ ਲਈ ਇਹ ਸਾਕਾ ਨੀਲਾ ਤਾਰਾ ਨੂੰ ਵਿਚਾਰਨ ਲੱਗਿਆਂ ਕੋਸ਼ਿਸ਼ ਕਰੀਏ ਵੀ ਆਪਾਂ ਨਿਰਪੱਖ ਹੋ ਕੇ ਵਿਚਾਰੀਏ। ਖੈਰ,
1947 ਵਿੱਚ ਪੰਜਾਬ ਦੀ ਵੰਡ ਹੁੰਦੀ, ਦੋ ਹਿੱਸਿਆਂ 'ਚ ਪੰਜਾਬ ਵੰਡਿਆ ਜਾਂਦਾ, ਪੰਜਾਬ ਹੀ ਵੰਡਿਆ ਜਾਂਦਾ ਹੈ। ਤੇ 47 'ਚ ਜਦੋਂ ਦੋ ਹਿੱਸਿਆਂ 'ਚ ਹੋਇਆ, ਸਿੱਖਾਂ ਨੇ ਭਾਰਤ ਜਿਹੜਾ ਇਹਨੂੰ ਆਪਣਾ ਦੇਸ਼ ਮੰਨਦਿਆਂ ਹੋਇਆ ਇੱਥੇ ਰੁਕੇ। ਔਰ ਉਸ ਵਕਤ ਜਿਹੜੇ ਸਾਰੇ ਇਕੱਠੇ ਰਹਿਣ ਵਾਲੇ ਸਨ, ਉਹਨਾਂ ਵੱਲੋਂ ਇਹ ਆਪਸੀ ਵਿਚਾਰ ਗੋਸ਼ਟੀ ਸੀ ਵੀ ਜਦੋਂ ਆਪਾਂ ਆਜ਼ਾਦ ਹੋ ਜਾਾਂਗੇ ਨਾ, ਹਰ ਬੰਦੇ ਨੂੰ ਇੱਥੇ ਬਣਦੇ ਹੱਕ ਦਿੱਤੇ ਜਾਣਗੇ। 47 ਵਿੱਚ ਵੰਡ ਹੋਈ, 48 ਵਿੱਚ ਆ ਕੇ ਸਾਡੇ ਮੱਥੇ ਤੇ ਇੱਕ ਫੱਟੀ ਲੱਗੀ, ਅਜ਼ਰਾਈਮ ਪੇਸ਼ਾ ਕੌਮ ਹੈ, ਸਿੱਖ ਅਜ਼ਰਾਈਮ ਪੇਸ਼ਾ ਕੌਮ। ਤੇ ਅਜ਼ਰਾਈਮ ਪੇਸ਼ੇ ਦਾ ਮਤਲਬ ਹੁੰਦਾ ਜ਼ੁਲਮ ਕਰਨ ਵਾਲਾ, ਜਿਹਦਾ ਸੁਭਾਅ ਹੋਵੇ, ਇਹ ਜ਼ਾਲਮ ਨੇ। ਸਾਡੇ ਮੱਥੇ ਤੇ ਇਹ ਫੱਟੀ ਜਿਹੜੀ ਉਸ ਸਮੇਂ ਦੇ ਆਗੂਆਂ ਵੱਲੋਂ ਲਾਈ ਗਈ, ਜਿਹੜੇ ਪਹਿਲੋਂ ਕਦੇ ਇਹ ਕਹਿੰਦੇ ਸਨ ਵੀ ਤੁਹਾਡੇ ਬਿਨਾਂ ਸਾਨੂੰ ਆਜ਼ਾਦੀ ਨਹੀਂ ਮਿਲਣੀ, ਆਜ਼ਾਦੀ ਮਿਲਣ ਉੱਤੇ ਇਹ ਕਹਿਣ ਲੱਗ ਪਏ ਵੀ ਤੁਸੀਂ ਤੇ ਜ਼ੁਲਮ ਕਰਦੇ ਹੋ, ਜ਼ਾਲਮ ਹੋ ਤੁਸੀਂ। ਖੈਰ, ਅਸੀਂ ਮੰਨ ਲਿਆ, ਪ੍ਰਵਾਨ ਲਿਆ। ਸਮਾਂ ਲੰਘਦਾ ਗਿਆ, ਹਾਲਾਤ ਫਿਰ ਬਣ ਗਏ ਜੰਗ 1965 ਦੀ। ਤੇ ਜਦੋਂ 1965 ਦੀ ਜੰਗ ਦੀ ਵਾਰੀ ਆਉਂਦੀ ਹੈ, ਉਦੋਂ ਫਿਰ ਸਮੇਂ ਦੇ ਆਗੂਆਂ ਨੇ ਸਾਡੇ ਕੋਲ ਆ ਕੇ ਮਿੰਨਤਾਂ ਤੇ ਤਰਲੇ ਕੀਤੇ ਵੀ ਸਾਡੀ ਸਹਾਇਤਾ ਕਰੋ, ਤੁਹਾਡੇ ਤੋਂ ਬਿਨਾਂ ਅਸੀਂ ਇਹ ਜੰਗ ਜਿੱਤ ਨਹੀਂ ਸਕਦੇ। ਅਸੀਂ ਫਿਰ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਕੇ 65 ਦੀ ਜੰਗ 'ਚ ਫਿਰ ਸਾਥ ਦਿੱਤਾ। ਤੇ 65 ਦੀ ਜੰਗ ਹੋਣ ਤੋਂ ਪਹਿਲਾਂ ਸਾਨੂੰ ਇਹ ਵਾਅਦੇ ਕਰਕੇ, ਇਹ ਸਾਨੂੰ ਯਕੀਨ ਦਿਵਾਇਆ ਗਿਆ ਸੀ ਵੀ ਜਦੋਂ ਆਪਾਂ ਇਹ ਜੰਗ ਜਿੱਤ ਜਾਾਂਗੇ ਨਾ, ਉਦੋਂ ਬਾਅਦ 'ਚ ਤੁਹਾਡੇ ਸਾਰੇ ਹੱਕ ਦੇ ਦਾਂਗੇ ਤੁਹਾਨੂੰ ਬਕਾਇਦਾ ਇੱਕ ਵੱਖਰੀ ਕੌਮ ਜਿਹੜੀ ਨਾ ਅਸੀਂ ਐਲਾਨ ਦਾਂਗੇ। ਅਸੀਂ ਫੇਰ ਮੰਨ ਗਏ। 65 'ਚ ਫੇਰ ਅਸੀਂ ਜੰਗ ਕੀਤੀ, ਜਿੱਤ ਗਏ। 65 'ਚ ਜੰਗ ਜਿੱਤੀ। 65 ਤੋਂ ਬਾਅਦ ਵਿੱਚ ਸਾਨੂੰ ਇਹ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਅਜ਼ਰਾਈਮ ਪੇਸ਼ਾ ਹੋ ਤੇ ਆ ਕੰਘਾ ਕੜਾ ਕਸ਼ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਆ ਕਹਿਣਾ ਸਾਨੂੰ 65 ਤੋਂ ਬਾਅਦ ਸ਼ੁਰੂ ਕਰਤਾ ਸੀ ਵੀ ਇਹ ਹਿੰਦੁਸਤਾਨ ਦੇ, ਭਾਰਤ ਦੇ ਵਾਸੀ ਨਹੀਂ। ਤੇ ਉਦੋਂ ਸਾਡੇ ਵੱਲੋਂ ਇਹ ਇੱਕ ਜਵਾਬ ਸੀ ਉਹਨਾਂ ਨੂੰ ਵੀ ਜੇ ਅਸੀਂ ਪਾਕਿਸਤਾਨ ਹੀ ਜਾਣਾ ਹੁੰਦਾ ਤੇ ਸੱਜਣਾ 65 'ਚ ਅਸੀਂ ਫੈਸਲਾ ਕਰ ਲੈਣਾ ਸੀ ਵੀ ਅਸੀਂ ਭਾਰਤ 'ਚ ਨਹੀਂ ਰਹਿਣਾ। ਜੇ ਅਸੀਂ ਤੁਹਾਡੇ ਨਾਲ ਖੜੋ ਕੇ ਤੁਹਾਨੂੰ ਜਿਤਾ ਸਕਦੇ ਹਾਂ ਤੇ ਉਹਨਾਂ ਨਾਲ ਖੜੋ ਕੇ ਅਸੀਂ ਉਹਨਾਂ ਨੂੰ ਵੀ ਜਿਤਾ ਸਕਦੇ ਸੀ। ਜੇ ਅਸੀਂ ਪਾਕਿਸਤਾਨ ਹੀ ਜਾਣਾ ਹੁੰਦਾ ਤੇ 65 'ਚ ਫੈਸਲਾ ਸਾਫ਼ ਸੀ, ਅਸੀਂ ਚਲੇ ਜਾਂਦੇ। ਫਿਰ ਵੀ ਅਸੀਂ ਉਸੇ ਪ੍ਰਕਾਰ ਰਹੇ। ਫਿਰ 1970 ਦੀ ਵਾਰੀ ਆਉਂਦੀ, ਏਦਾਂ ਸਮਾਂ ਲੰਘਦਾ ਗਿਆ। ਅਖੀਰ 1978 ਦੇ ਵਿੱਚ ਨਾ ਨਿਰੰਕਾਰੀ ਕਾਂਡ ਹੁੰਦਾ, ਜਦੋਂ 13 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ। ਤੇ ਉਹ ਨਿਰੰਕਾਰੀ ਕਾਂਡ ਵਿੱਚ ਜਿਹੜੇ 13 ਸਿੰਘ ਸ਼ਹੀਦ ਹੋਏ, ਜਿਹਨੇ ਕਰਵਾਇਆ, ਸਮੇਂ ਦੀਆਂ ਸਰਕਾਰਾਂ ਨੇ ਉਹਨੂੰ ਆਪਣੀ ਛਤਰ ਛਾਇਆ ਹੇਠ ਪੰਜਾਬ ਚੋਂ ਸੇਫ ਕੱਢਤਾ ਤੇ ਦਿੱਲੀ ਦੀ ਧਰਤੀ ਤੇ ਆਪ ਛੱਡ ਕੇ ਆਏ। 1957 ਦੇ ਵਿੱਚ, ਹੁਣ ਮੈਂ ਨਿੱਕਾ ਜਿਹਾ ਪੱਕ, ਕਿਉਂਕਿ 1 ਤਰੀਕ ਨੂੰ 1 ਜੂਨ ਨੂੰ 1984 ਦਾ ਪਹਿਲਾ ਸ਼ਹੀਦ ਭਾਈ ਮਹਿੰਗਾ ਸਿੰਘ ਜੀ, 1957 ਚ ਉਹਨਾਂ ਦਾ ਜਨਮ ਹੁੰਦਾ। ਪਿਤਾ ਦਾ ਨਾਮ ਭਾਈ ਪ੍ਰਤਾਪ ਸਿੰਘ, ਜਗਾਦਰੀ ਦੀ ਧਰਤੀ ਤੇ ਇਹਨਾਂ ਦਾ ਜਨਮ ਹੁੰਦਾ ਹੈ। 1978 ਦਾ ਜਿਹੜਾ ਕਾਂਡ ਹੋਇਆ ਨਾ, ਇਹਨੇ ਮਨ ਤੇ ਇੱਕ ਬੜਾ ਪ੍ਰਭਾਵ ਪਾਇਆ। ਇੰਨਾ ਕੁ ਪ੍ਰਭਾਵ ਪਾਇਆ ਵੀ 1979 ਵਿੱਚ ਨਾ ਭਾਈ ਮਹਿੰਗਾ ਸਿੰਘ ਨੇ ਅੰਮ੍ਰਿਤਪਾਨ ਕਰ ਲਿਆ। ਅੰਮ੍ਰਿਤਪਾਨ ਕਰਕੇ ਬਕਾਇਦਾ ਟ੍ਰੇਨਿੰਗ ਲੈਣੀ ਸ਼ੁਰੂ ਕਰਤੀ ਹਥਿਆਰ ਚਲਾਉਣ ਦੀ। ਇੰਨਾ ਕੁ ਪ੍ਰਭਾਵ ਪਿਆ ਤੇ 1979 ਵਿੱਚ ਹੀ ਆਪਣੇ ਇਲਾਕੇ ਵਿੱਚ ਉਹੀ ਨਿਰੰਕਾਰੀਆਂ ਦੀ ਕੁਝ ਮੀਟਿੰਗ ਸੀ, ਉਹਦੇ ਤੇ ਹਮਲਾ ਕਰਤਾ ਵੀ ਇਹਨਾਂ ਸਾਡੇ ਤੇ ਕੀਤਾ ਤੇ ਅਸੀਂ ਬਦਲਾ ਲੈਣਾ ਹੈ।
ਸਾਡੇ ਇਹਨਾਂ ਨੇ ਸਿੱਖ ਸ਼ਹੀਦ ਕੀਤੇ ਨੇ, ਉਹ ਤੇ ਹਮਲਾ ਕੀਤਾ। ਉਹ ਸਾਰੇ ਦੌੜ ਗਏ, ਪਰ ਭਾਈ ਮਹਿੰਗਾ ਸਿੰਘ ਨੂੰ ਕੈਦ ਕਰ ਲਿਆ ਗਿਆ। ਇੱਕ ਮਰਡਰ ਦੇ ਕੇਸ ਵਿੱਚ ਕਹਿ ਲਓ ਵੀ ਇਹਨੇ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਭਾਈ ਮਹਿੰਗਾ ਸਿੰਘ ਨੂੰ ਕੈਦ ਕਰ ਲਿਆ। ਕਿਸੇ ਨਾ ਕਿਸੇ ਤਰੀਕੇ ਭਾਈ ਮਹਿੰਗਾ ਸਿੰਘ ਆਜ਼ਾਦ ਹੋਏ। ਫਿਰ ਉਹਨਾਂ ਜਗਾਦਰੀ ਦੀ ਧਰਤੀ ਛੱਡਤੀ। ਜਗਾਦਰੀ ਨੂੰ ਛੱਡ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਭਾਈ ਫੌਜਾ ਸਿੰਘ, ਜਿਹੜੇ 1978 ਵਿੱਚ ਨਿਰੰਕਾਰੀ ਕਾਂਡ 'ਚ ਸ਼ਹੀਦ ਹੁੰਦੇ ਨੇ, ਉਹਨਾਂ ਦੇ ਘਰੇ ਪਹੁੰਚੇ। ਉਹਨਾਂ ਦੀ ਸੁਪਤਨੀ ਦਾ ਨਾਮ ਬੀਬੀ ਅਮਰਜੀਤ ਕੌਰ। ਉਹਨਾਂ ਕੋਲ ਆ ਕੇ ਵਿਚਾਰ ਕੀਤੀ, ਉਹਨਾਂ ਸਾਰੀ ਗੱਲਬਾਤ ਕੀਤੀ, ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਹਨਾਂ ਰਹਿਣਾ ਸ਼ੁਰੂ ਕਰ ਲਿਆ। 1981 ਵਿੱਚ S.K. ਸਿਨਹਾ, ਜਰਨਲ ਚੀਫ ਹੈ ਆਰਮੀ ਦਾ, ਇਹਨੂੰ ਇੱਕ ਫੋਨ ਜਾਂਦਾ ਹੈ, ਟੈਲੀਫੋਨ ਕੀਤਾ ਜਾਂਦਾ ਹੈ ਕਿ ਹਰਿਮੰਦਰ ਸਾਹਿਬ ਤੇ ਹਮਲਾ ਕਰਨਾ ਹੈ। 1981 ਵਿੱਚ 81 ਇਹਦੇ ਵੱਲੋਂ ਜਵਾਬ ਦੇ ਦਿੱਤਾ ਜਾਂਦਾ ਵੀ ਨਹੀਂ, ਮੈਂ ਨਹੀਂ ਕਰਨਾ। ਬਕਾਇਦਾ ਇਹਨੇ ਖੁਦ ਇਸ ਗੱਲ ਨੂੰ ਜ਼ਿਕਰ ਕੀਤਾ ਆਪਣੀ ਕਿਤਾਬ ਵਿੱਚ। S.K. ਸਿਨਹਾ ਨੇ ਆਪਣੀ ਇੱਕ ਇਹਦਾ ਲੇਖ ਛਪਿਆ ਸੀ ਸਪੋਕਸਮੈਨ ਵਿੱਚ, ਉਹਦੇ ਚ ਬਕਾਇਦਾ ਨੇ ਜ਼ਿਕਰ ਕੀਤਾ ਵੀ ਮੈਂ ਇਨਕਾਰ ਕੀਤਾ। ਮੈਨੂੰ ਇਨਕਾਰ ਦੇ ਵਜੋਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਕਈ ਦੁੱਖ ਤਕਲੀਫਾਂ ਮੈਨੂੰ ਝੱਲਣੀਆਂ ਵੀ ਪਈਆਂ ਵੀ ਮੈਂ ਜਦੋਂ ਇਨਕਾਰ ਕੀਤਾ। ਉਸ ਤੋਂ ਬਾਅਦ ਚ ਇਸੇ ਨੇ ਫੇਰ ਆਖਿਆ, ਕਹਿੰਦਾ 1982 ਵਿੱਚ ਪੂਰੀ ਪਲੈਨਿੰਗ ਸੀ ਕਿ ਹਰਿਮੰਦਰ ਸਾਹਿਬ ਤੇ ਹਮਲਾ ਕਰ ਦੇਣਾ। 1982 ਚ ਜਿਹੜਾ 84 ਵਿੱਚ ਹਮਲਾ ਹੁੰਦਾ ਨਾ, ਉਹ 82 ਵਿੱਚ ਹੋਣਾ ਸੀ। ਤੇ ਜਦੋਂ 1982 ਦੀ ਉਹ ਗੱਲ ਕਰਦਾ, ਤੇ 1982 ਚ ਦੇਹਰਾਦੂਨ ਦਾ ਇਲਾਕਾ, ਦੇਹਰਾਦੂਨ ਦੇ ਇਲਾਕੇ ਚ ਚਕਰਾਤਾ ਨਾਮ ਦਾ ਇੱਕ ਪਿੰਡ ਹੈ, ਜਿੱਥੇ ਬਕਾਇਦਾ ਹਰਿਮੰਦਰ ਸਾਹਿਬ ਦਾ ਇੱਕ ਮਾਟੋ ਬਣਾਇਆ ਜਾਂਦਾ, ਮਾਡਲ ਤਿਆਰ ਕੀਤਾ ਜਾਂਦਾ। ਮਾਡਲ ਤਿਆਰ ਕਰਕੇ ਤੇ ਸਾਰੀ ਫੌਜ ਨੂੰ ਉੱਥੇ ਜਿੰਨਾ ਹਰਿਮੰਦਰ ਸਾਹਿਬ ਤੇ ਹਮਲਾ ਕਰਨਾ, ਉਹਨਾਂ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਵੀ ਤੁਸੀਂ ਕਿਵੇਂ ਹਰਿਮੰਦਰ ਸਾਹਿਬ 'ਚ ਦਾਖਲ ਹੋਣਾ, ਕਿਹੜੇ ਪਾਸਿਓਂ ਕਿਹੜੀ ਫੌਜ ਨੇ ਹਮਲਾ ਕਰਨਾ, ਕਿਹੜੇ ਪਾਸਿਓਂ ਕਿਵੇਂ ਤੁਸੀਂ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਨਾ। ਸਾਰੀ ਟ੍ਰੇਨਿੰਗ ਬਕਾਇਦਾ ਦਿੱਤੀ ਗਈ, ਕਾਗਜ਼ੀ ਲੜਾਈ ਹੋਈ ਉਸ ਜਗ੍ਹਾ ਤੇ, ਉਹਨਾਂ ਨੂੰ ਸਿਖਾਇਆ ਗਿਆ ਤੁਸੀਂ ਇਦਾਂ ਹਮਲਾ ਕਰਨਾ। ਫੌਜੀਆਂ ਨੂੰ ਪੂਰਾ ਟ੍ਰੇਨ ਕੀਤਾ, ਦੱਸਿਆ ਗਿਆ ਹਰਿਮੰਦਰ ਸਾਹਿਬ 'ਚ ਕਿਹੜੀ ਜਗ੍ਹਾ ਕਿੱਥੇ ਹੈ, ਕਿਹੜਾ ਅਸਥਾਨ ਕਿੱਥੇ ਹੈ, ਕਿੱਥੇ ਤੁਸੀਂ ਹਮਲਾ ਕਰਨਾ, ਕਿਸ ਢੰਗ ਨਾਲ ਹਮਲਾ ਕਰਨਾ, ਸਾਰਾ ਕੁਝ ਸਿਖਾਇਆ। 1982 'ਚ ਟ੍ਰੇਨਿੰਗ ਦਿੱਤੀ। ਇਹ ਖਬਰ ਨਿਕਲਦਿਆਂ ਨਾ ਸਿੱਖਾਂ ਤੱਕ ਪਹੁੰਚ ਗਈ ਕਿ ਹਰਿਮੰਦਰ ਸਾਹਿਬ ਤੇ ਹਮਲਾ ਹੋਣਾ ਹੈ। ਹੁਣ ਥੋੜਾ ਜਿਹਾ ਪੱਖ ਇੱਥੇ ਮੈਂ ਹੋਰ ਰੱਖਾਂ, ਆਪਣੇ ਘਰ ਤੇ ਹਮਲਾ ਹੋਵੇ ਨਾ, ਹੋਣ ਦਾ ਪਤਾ ਲੱਗ ਜੇ, ਮੂਰਖ ਹੀ ਹੋਵੇਗਾ ਉਹ ਜਿਹੜਾ ਆਪਣਾ ਘਰ ਛੱਡ ਕੇ ਦੌੜ ਜਾਏਗਾ। ਉਹ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ, ਯਤਨ ਕਰੇਗਾ ਵੀ ਹੱਲਾ ਨਾ ਕਰੇ। ਤੇ ਸਿੱਖਾਂ ਦੇ ਧਰਮ ਅਸਥਾਨ ਤੇ ਹਮਲਾ ਹੋਣਾ ਹੈ, ਜਿਹਦੇ ਤੇ ਪਹਿਲਾਂ ਸਿੱਖ ਅਬਦਾਲੀ ਵਰਗਿਆਂ ਨੂੰ ਸੋਧਾ ਲਾ ਚੁੱਕੇ ਨੇ। ਆਪਣੀਆਂ ਜਾਨਾਂ ਪਹਿਲਾਂ ਵਾਰ ਕੇ ਦੱਸ ਚੁੱਕੇ ਨੇ, ਹਰਿਮੰਦਰ ਸਾਹਿਬ ਵੱਲ ਮੈਲੀ ਅੱਖ ਰੱਖਣ ਵਾਲੇ ਦੀਆਂ ਅਸੀਂ ਅੱਖਾਂ ਵੀ ਕੱਢ ਸਕਦੇ ਹਾਂ। ਜਿਹਦੇ ਉੱਤੇ ਪਹਿਲਾਂ ਸਿੱਖ ਦੱਸ ਚੁੱਕੇ ਨੇ, ਹਰਿਮੰਦਰ ਸਾਹਿਬ ਵੱਲ ਹੱਥ ਚੁੱਕਣ ਵਾਲਾ, ਉਂਗਲ ਚੁੱਕਣ ਵਾਲੇ ਦੀ ਅਸੀਂ ਬਾਂਹ ਤੱਕ ਲਾ ਸਕਦੇ ਹਾਂ। ਪਰ ਜੋ ਅਸਲ ਵਿੱਚ ਸੋਚ ਸੀ, ਫਿਤਰਤ ਸੀ, ਬਕਾਇਦਾ ਕਿਤੇ ਪੰਨੇ ਫਰੋਲ ਕੇ ਵੇਖੋ, ਹਮਲਾ ਕਰਨ ਤੋਂ ਪਹਿਲਾਂ ਇੰਗਲੈਂਡ ਤੱਕ ਚਿੱਠੀ ਲਿਖੀ ਜਾਂਦੀ ਹੈ ਵੀ ਅਸੀਂ ਹਮਲਾ ਕਰਨ ਲੱਗੇ ਆ, ਜੇ ਸਾਨੂੰ ਲੋੜ ਪਈ ਤੇ ਅਸੀਂ ਤੁਹਾਡੇ ਕੋਲੋਂ ਵੀ ਫੌਜ ਮੰਗਾਂਗੇ ਤੇ ਤੁਸੀਂ ਸਹਾਇਤਾ ਲਈ ਪਹੁੰਚਾ ਦਿਓ। ਕਿਤੇ ਇਹ ਨਾ ਹੋਵੇ ਵੀ ਤੁਸੀਂ ਸਾਡੀ ਸਹਾਇਤਾ ਕਰਨ ਨਾ ਪਹੁੰਚੋ। ਤੇ ਇੰਗਲੈਂਡ ਦੀ ਫੌਜ ਨੇ ਬਕਾਇਦਾ ਹਾਮੀ ਭਰੀ ਹੈ, ਤੁਸੀਂ ਹਮਲਾ ਕਰੋ, ਅਸੀਂ ਤੁਹਾਡੇ ਨਾਲ ਆ।
ਮਤਾਂ ਭੁਲੇਖੇ ਚ ਰਹੋ ਵੀ ਸਾਡੇ ਪੱਖ ਚ ਖੜੋਤੇ ਸੀ ਜਾਂ ਸਾਡੇ ਪੱਖ ਚ, ਠੀਕ ਹੈ ਅੱਜ ਸਾਰੇ ਸਾਡੇ ਪੱਖ ਚ ਖੜੋਤੇ ਨੇ, ਕਿਉਂ ਇਹ ਵੀ ਕਹਿ ਸਕਦੇ ਆ ਵੀ ਆਪਣੇ ਕੀਤੇ ਔਗਣਾਂ ਨੂੰ ਛਪਾਉਣ ਲਈ ਅੱਜ ਸਾਡੇ ਪੱਖ ਚ ਖੜੋਣਾ ਪੈ ਰਿਹਾ, ਮਜਬੂਰੀ ਹੈ। ਖੈਰ ਸਾਰੀ ਤਿਆਰੀ ਕਰ ਲਈ, ਖਬਰ ਸਿੱਖਾਂ ਤੱਕ ਪਹੁੰਚੀ ਵੀ ਹਰਿਮੰਦਰ ਸਾਹਿਬ ਤੇ ਹਮਲਾ ਕਰਨਾ। ਇਹੀ ਖਬਰ ਜਰਨੈਲ ਸਿੰਘ ਤੱਕ ਵੀ ਪਹੁੰਚਦੀ ਹੈ, ਜਿਨ੍ਹਾਂ ਨੂੰ ਆਪਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿ ਕੇ ਨਿਵਾਜਦੇ ਹਾਂ। ਤੇ ਬਕਾਇਦਾ ਨਾ ਉਹਨਾਂ ਇਕੱਠ ਵੀ ਕੀਤੇ ਸਿੱਖਾਂ ਦੇ, ਸੂਰਮਿਆਂ ਦੇ। ਤੇ ਇੱਕ ਗੱਲ ਉਹਨਾਂ ਆਪਣੀ ਜ਼ੁਬਾਨ ਤੋਂ ਰਸਨਾ ਤੋਂ ਆਖੀ ਸੀ ਵੀ ਜਿੰਨਾ ਚਿਰ ਆ ਸਰੀਰ 'ਚ ਸਾਹ ਚੱਲਦੇ ਨਾ, ਉਹਨਾਂ ਚਿਰ ਫੌਜ ਹਰਿਮੰਦਰ ਸਾਹਿਬ 'ਚ ਦਾਖਲ ਨਹੀਂ ਹੋ ਸਕਦੀ। ਤੇ ਜੇ ਫੌਜ ਹਰਿਮੰਦਰ ਸਾਹਿਬ 'ਚ ਦਾਖਲ ਹੋ ਗਈ ਤੇ ਸਮਝ ਲਿਓ ਭਾਣਾ ਵਾਪਰ ਗਿਆ। ਉਹਨਾਂ ਦੀ ਜ਼ੁਬਾਨ ਸੀ ਇਹ ਵੀ ਜਿੰਨਾ ਚਿਰ ਇਸ ਸਰੀਰ 'ਚ ਸਾਹ ਚੱਲਦੇ ਨੇ ਉਹਨਾਂ ਚਿਰ ਹਰਿਮੰਦਰ ਸਾਹਿਬ 'ਚ ਫੌਜ ਦਾਖਲ ਨਹੀਂ ਹੁੰਦੀ। ਤੇ ਜੇ ਫੌਜ ਹਰਿਮੰਦਰ ਸਾਹਿਬ ਦੀ ਜ਼ੂ 'ਚ ਦਾਖਲ ਹੋ ਜਾਂਦੀ ਹੈ ਤੇ ਤੁਸੀਂ ਇਹ ਮੰਨ ਲਿਓ ਵੀ ਭਾਣਾ ਵਰਤ ਗਿਆ। ਭਾਣਾ ਕੀ ਵਰਤ ਗਿਆ? ਵੀ ਹੁਣ ਸਰੀਰ 'ਚ ਸਾਹ ਨਹੀਂ ਰਹੇ। ਇਹ ਪ੍ਰਵਾਨ ਤੁਸੀਂ ਕਰ ਲਿਓ। ਦੂਜੀ ਗੱਲ, ਹਰਿਮੰਦਰ ਸਾਹਿਬ ਤੇ ਹਮਲਾ ਹੋਣਾ ਜਿਹਦੇ ਕਰਕੇ ਜਰਨੈਲ ਸਿੰਘ ਜੀ ਉਦੋਂ ਅਕਾਲ ਤਖਤ ਸਾਹਿਬ ਪਹੁੰਚਦੇ ਰਾਖੀ ਕਰਨ ਲਈ। ਇਹ ਨਹੀਂ ਅਕਾਲ ਤਖਤ ਸਾਹਿਬ 'ਚ ਬੈਠੇ ਸਨ ਤਾਂ ਹਮਲਾ ਹੋਇਆ, ਇਹ ਪੱਖ ਨਹੀਂ ਹੈ। ਇਹ ਵੀ ਪੱਖ ਅਸੀਂ ਵਿਚਾਰ ਲੈਨੇ ਆ। ਰਾਤ ਦੇ ਦੀਵਾਨਾਂ 'ਚ ਵੀ ਮੈਂ ਬੇਨਤੀ ਕੀਤੀ ਸੀ, ਮੰਨ ਲੈਨੇ ਆ ਹਰਿਮੰਦਰ ਅਕਾਲ ਤਖਤ ਸਾਹਿਬ ਉੱਤੇ ਹਮਲਾ ਤਾਂ ਕੀਤਾ ਕਿਉਂਕਿ ਜਰਨੈਲ ਸਿੰਘ ਜੀ ਉੱਥੇ ਬੈਠੇ ਸਨ, ਉਹਨਾਂ ਨੂੰ ਫੜਨ ਲਈ ਹਮਲਾ ਕੀਤਾ ਗਿਆ। ਆਸ-ਪਾਸ ਦੇ 42 ਗੁਰੂ ਘਰਾਂ 'ਚ ਹਮਲੇ ਹੋਰ ਹੋਏ ਨੇ, ਉੱਥੇ ਕਿਹੜੇ ਜਰਨੈਲ ਸਿੰਘ ਜੀ ਬੈਠੇ ਸਨ? ਖੈਰ ਇਹ ਪੱਖ ਮੈਂ ਕੇਵਲ, ਬਾਕੀ ਆਉਣ ਵਾਲੇ ਦਿਨਾਂ 'ਚ ਆਪਾਂ ਵਿਸਥਾਰ ਨਾਲ ਵਿਚਾਰਦੇ ਚੱਲਾਂਗੇ। ਸਾਰੀ ਤਿਆਰੀ ਜਿਹੜੀ ਤਕਰੀਬਨ ਨਾ ਫੈਬਰਵਰੀ ਤੋਂ ਲੈ ਕੇ ਤੇ ਮਈ ਤੱਕ 1984 ਫੌਜ ਸਾਰੀ ਪੰਜਾਬ ਪਹੁੰਚ ਰਹੀ। ਜਿੰਨੇ ਸਾਰੀ ਤਿਆਰੀ ਹੁਣ ਕੀਤੀ ਹੈ ਉਹਨਾਂ ਨੇ ਇਕੱਠ ਵੀ ਤੇ ਕਰਨਾ ਨਾ। ਮਈ ਤੱਕ, ਮਈ ਦੇ ਅਖੀਰ ਤੱਕ ਸਾਰੀ ਫੌਜ ਪਹੁੰਚ ਗਈ। ਇੱਥੋਂ ਤੱਕ ਪੰਜਾਬ 'ਚ ਕਰਫਿਊ ਤੱਕ ਲਾਤਾ ਗਿਆ। ਮਈ ਦਾ ਲਾਸਟ ਹੋ ਗਿਆ। 1 ਜੂਨ ਹੈ ਜਿਸ ਦਿਨ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਫੌਜ ਨੇ ਟਾਵੀਂ ਗੋਲੀ ਚਲਾਉਣੀ ਸ਼ੁਰੂ ਕਰ ਲਈ ਸੀ, ਸਿਰਫ ਇਹ ਵੇਖਣ ਵਾਸਤੇ ਸਿੱਖਾਂ ਦੇ ਮੋਰਚੇ ਕਿੱਥੇ ਕਿੱਥੇ ਨੇ। ਪਰ ਸਿੱਖ ਬੜੀ ਸਹਿਜਤਾ ਨਾਲ ਬੈਠੇ ਰਹੇ। ਇਹ ਵੀ ਇੱਕ ਜੰਗ ਦਾ ਬੜਾ ਤਰੀਕਾ, ਟੈਕਨੀਕ ਹੈ ਜਿਹੜੀ ਜਰਨਲ ਸ਼ੁਬੇਗ ਸਿੰਘ ਨੇ ਸਿਖਾਈ ਹੈ। ਕਿਉਂਕਿ ਜਿਹੜਾ ਹਮਲਾ ਕਰਨ ਵਾਲਾ ਹੈ ਉਹ ਜਰਨਲ ਸ਼ੁਬੇਗ ਸਿੰਘ ਤੋਂ ਟ੍ਰੇਨਿੰਗ ਲੈਣ ਵਾਲਾ ਹੈ। ਜੇ ਆਪਾਂ ਕੁਲਦੀਪ ਸਿੰਘ ਬਰਾੜ ਦਾ ਜ਼ਿਕਰ ਕਰਦੇ ਹਾਂ, ਜਿਹਨੇ ਹਮਲਾ ਕੀਤਾ, ਜਿਹੜਾ ਸਾਰਿਆਂ ਦਾ ਆਗੂ ਬਣ ਕੇ ਆਇਆ, ਕੁਲਦੀਪ ਸਿੰਘ ਬਰਾੜ ਜਰਨਲ ਸ਼ੁਬੇਗ ਸਿੰਘ ਦੇ ਅੰਡਰ ਰਹਿ ਕੇ ਫੌਜੀ ਟ੍ਰੇਨਿੰਗ ਕਰਦਾ ਹੈ ਤੇ ਉਹ ਜਾਣਦਾ ਹੈ ਅੰਦਰ ਸ਼ੁਬੇਗ ਸਿੰਘ ਬੈਠਾ ਹੈ। ਕੁਲਦੀਪ ਸਿੰਘ ਜਾਣਦਾ ਇਸ ਗੱਲ ਨੂੰ ਤੇ ਉਹ ਇਸ ਗੱਲ ਨੂੰ ਵੀ ਜਾਣਦਾ ਹੈ ਵੀ ਜਿੰਨਾ ਚਿਰ ਉਹ ਬੈਠਾ ਹੈ ਨਾ ਉਹਨਾਂ ਚਿਰ ਸਾਡੀ ਫੌਜ ਦੀ ਕੋਈ ਜ਼ੋਰ ਤੇ ਕੋਈ ਤਾਕਤ ਨਹੀਂ ਚੱਲਣੀ। ਇਸ ਲਈ ਪਹਿਲਾਂ ਸ਼ੁਬੇਗ ਸਿੰਘ ਨੂੰ ਮਾਰਨਾ ਪੈਣਾ। ਕਿਸੇ ਕੋਲੋਂ ਇੱਕ ਗੁਰ ਸਿੱਖਿਆ ਹੋਵੇ ਨਾ, ਉਹਦਾ ਦੇਣਾ ਅਸੀਂ ਕਦੇ ਨਹੀਂ ਦੇ ਸਕਦੇ। ਤੇ ਇੰਨਾ ਕੁ ਅਕਿਰਤ ਕਣ ਬਣ ਗਿਆ, ਆਪਣੇ ਉਸਤਾਦ ਨੂੰ ਮਾਰਨ ਤੱਕ ਉਤਰ ਆਇਆ ਸਿਰਫ ਆਪਣਾ ਉੱਚਾ ਅਹੁਦਾ ਲੈਣ ਲਈ। ਖੈਰ 1 ਜੂਨ ਨੂੰ ਜਦੋਂ ਹਮਲਾ ਕੀਤਾ ਜਾਂਦਾ ਨਾ, ਉਸ ਵਕਤ ਕਿਉਂਕਿ ਖਬਰ ਤੇ ਸਿੱਖਾਂ ਕੋਲ ਵੀ ਹੈ, ਮੋਰਚੇ ਸਿੱਖਾਂ ਨੇ ਵੀ ਬਣਾਏ ਵੀ ਹਮਲਾ ਇਹਨਾਂ ਨੇ ਕਰਨਾ। ਜਿਹੜੀ ਇੰਨੀ ਫੌਜ ਚੜ੍ਹ ਕੇ ਆ ਗਈ ਹੈ, ਕੋਈ ਨਾ ਕੋਈ ਤੇ ਭਾਣਾ ਵਰਤਾਉਣਗੇ। ਉਹਨਾਂ ਵੀ ਮੋਰਚੇ ਬਣਾਏ, ਮੋਰਚੇ ਸਿੱਖਾਂ ਵੀ ਬਣਾਏ। ਇੱਕ ਮੋਰਚਾ ਸਿੱਖਾਂ ਦਾ ਲੱਗਾ ਸੀ ਬਾਬਾ ਅਟਲ ਰਾਏ ਜੀ ਦਾ, ਜਿਹੜਾ ਗੁਰੂ ਘਰ ਹੈ ਨਾ ਉੱਥੇ। ਉਸ ਮੋਰਚੇ ਦੀ ਅਗਵਾਈ ਭਾਈ ਮਹਿੰਗਾ ਸਿੰਘ ਕਰ ਰਹੇ।
ਜਿਹਨੂੰ ਬੱਬਰ ਮਹਿੰਗਾ ਸਿੰਘ ਵੀ ਕਿਹਾ ਜਾਂਦਾ। ਤਕਰੀਬਨ ਉੱਥੇ 40 ਕੁ ਸਿੰਘਾਂ ਦਾ ਜ਼ਿਕਰ ਇਤਿਹਾਸਕਾਰਾਂ ਨੇ ਕੀਤਾ, ਜਿਹੜੇ ਮਹਿੰਗਾ ਸਿੰਘ ਜੀ ਦੇ ਨਾਲ ਉੱਥੇ ਉਸ ਮੋਰਚੇ ਤੇ ਬੈਠੇ ਨੇ। ਅਕਾਲ ਤਖਤ ਸਾਹਿਬ ਤੇ ਉਦੋਂ ਗੋਲੀ ਨਹੀਂ ਚਲਾਈ 1 ਜੂਨ ਨੂੰ, ਬਾਕੀ ਸਾਰੇ ਆਸ-ਪਾਸ ਗੋਲੀਆਂ ਚਲਾ ਕੇ ਸਿੱਖਾਂ ਦੇ ਮੋਰਚੇ ਵੇਖੇ ਤੇ ਬਦਲੇ ਵਿੱਚ ਜਵਾਬੀ ਹਮਲਾ ਫਿਰ ਇਧਰੋਂ ਭਾਈ ਮਹਿੰਗਾ ਸਿੰਘ ਦੀ ਜਿਹੜਾ ਮੋਰਚਾ ਨਾ ਉੱਥੋਂ ਦਿੱਤੇ ਵੀ ਜਾਂਦੇ। ਤੇ ਇਤਿਹਾਸਕਾਰ ਨੇ ਨਾ ਲਿਖਿਆ, ਕਹਿੰਦਾ ਇਹਨਾਂ 40 ਨੇ ਨਾ ਉਹ ਸਮਾਂ ਚੇਤੇ ਕਰਾਇਆ ਜਿਵੇਂ ਚਮਕੌਰ ਦੀ ਗੜੀ 'ਚ 10 ਲੱਖ ਦਾ ਮੁਕਾਬਲਾ ਕਰਦੇ ਨਾ। ਇਹਨਾਂ 40 ਨੇ ਉਸ ਵਕਤ ਫੌਜ ਨੂੰ ਉਹ ਸਮਾਂ ਚੇਤੇ ਕਰਾਇਆ ਵੀ ਮਤਾਂ ਭੁੱਲਿਓ ਵੀ ਅਸੀਂ ਜੰਗ ਕਰਨੀ ਭੁੱਲ ਗਏ ਹਾਂ। ਸਾਨੂੰ ਅੱਜ ਵੀ ਜੰਗਾਂ ਕਰਨੀਆਂ ਆਉਂਦੀਆਂ, ਭਾਵੇਂ ਗਿਣਤੀ 'ਚ ਥੋੜੇ ਆ। ਅਸੀਂ ਪਹਿਲੋਂ ਵੀ ਥੋੜੇ ਹੀ ਲੜਦੇ ਰਹੇ ਆ, ਉਦੋਂ ਵੀ ਗੁਰੂ ਭਰੋਸੇ ਹੀ ਲੜੇ ਆ, ਤੇ ਅੱਜ ਵੀ ਅਸੀਂ ਗੁਰੂ ਭਰੋਸੇ ਹੀ ਖੜੋਤੇ ਆ। ਤੇ ਜੇ ਅੱਜ ਵੀ ਤੁਹਾਡਾ ਮੁਕਾਬਲਾ ਕਰਾਂਗੇ ਤੇ ਗੁਰੂ ਭਰੋਸੇ ਹੀ ਕਰਾਂਗੇ। ਔਰ ਬਕਾਇਦਾ ਮੁਕਾਬਲਾ ਕਰਦੇ ਤੇ ਫੌਜ ਨਾ ਇੱਕ ਸਨਾਈਪਰ ਗਨ ਲੈ ਕੇ ਮਹਿੰਗਾ ਸਿੰਘ ਦਾ ਹੈੱਡ ਸ਼ਾਟ ਕਰਦੀ ਹੈ। ਸਿਰ 'ਚ ਗੋਲੀਆਂ, 3 ਗੋਲੀਆਂ ਮਹਿੰਗਾ ਸਿੰਘ ਦੇ ਸਿਰ 'ਚ ਮਾਰੀਆਂ ਜਾਂਦੀਆਂ ਤੇ ਉਹ ਭਾਈ ਮਹਿੰਗਾ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ। ਉਹਨਾਂ ਦੇ ਨਾਲ ਜਿਹੜੇ 40 ਸਿੰਘ ਸਨ, ਉਹਨਾਂ 'ਚੋਂ 8 ਸਿੰਘ ਸ਼ਹਾਦਤ ਦਾ ਜਾਮ ਨਾਲ ਪੀਂਦੇ। ਇਹ 9 ਸਿੰਘ ਸ਼ਹੀਦ ਹੋਏ ਜਿਹੜੇ ਉਸ ਜਗ੍ਹਾ ਤੇ ਜੀਵਤ ਸਨ, ਜਿਉਂਦੇ ਸੀ। ਉਹਨਾਂ ਨੂੰ ਇੱਕ ਸਵਾਲ ਪੁੱਛਿਆ ਜਾਂਦਾ ਹੈ, ਕੀ ਹਾਲ ਹੈ ਉੱਥੋਂ ਦਾ? ਜਵਾਬ 'ਚ ਰੋਸ ਨਹੀਂ ਸੀ ਪ੍ਰਗਟਾਇਆ, ਜਵਾਬ 'ਚ ਹੀ ਗਿਆ ਸੀ, ਚੜ੍ਹਦੀ ਕਲਾ ਹੈ, ਕੋਈ ਚਿੰਤਾ ਨਹੀਂ। ਭਾਈ ਮਹਿੰਗਾ ਸਿੰਘ ਦੀ ਮ੍ਰਿਤਕ ਦੇਹ ਨੂੰ ਚੁੱਕਿਆ ਮੰਜੀ ਸਾਹਿਬ ਦਰਬਾਰ ਹਾਲ, ਜਿੱਥੇ ਉਹਦੇ ਸਾਹਮਣੇ ਉਹਨਾਂ ਦੀ ਦੇਹੀ ਉੱਤੇ ਜਰਨੈਲ ਸਿੰਘ ਜੀ ਵੱਲੋਂ ਇੱਕ ਦੁਸ਼ਾਲਾ ਪਾਇਆ ਜਾਂਦਾ ਤੇ ਉਹਨਾਂ ਦੀ ਦੇਹੀ ਨੂੰ ਸੰਭਾਲਿਆ ਜਾਂਦਾ, ਸੰਸਕਾਰ ਕੀਤਾ ਜਾਂਦਾ। ਇਹ ਸਾਡੀ ਕੌਮ ਦਾ ਉਹ ਸ਼ਹੀਦ ਹੈ ਜਿਹਨੂੰ ਸਾਕਾ ਨੀਲੇ ਤਾਰੇ ਦੇ ਪਹਿਲੇ ਸ਼ਹੀਦ ਵਜੋਂ ਅਸੀਂ ਕੋਟਾਨ-ਕੋਟ ਪ੍ਰਣਾਮ ਕਰਦੇ। ਉਮਰ ਕੋਈ ਬਹੁਤੀ ਜ਼ਿਆਦੀ ਨਹੀਂ ਹੈ, 1957 ਤੋਂ 1984 ਤੱਕ। ਤੇ ਜੇ ਮੈਂ ਕਹਿਦਾ ਨਾ ਵੀ ਅੱਜ ਵੀ ਬੈਠੇ ਹੋਵਾਂਗੇ, ਉਹ ਵੀ ਬੈਠੇ ਹੋਣਗੇ ਘਰਾਂ 'ਚ ਜਾਂ ਸੰਗਤ 'ਚ ਵੀ ਕਹਿ ਲਈਏ, ਜਿਨ੍ਹਾਂ ਦਾ ਬਰਥ 1957 ਜਾਂ ਉਹ ਤੋਂ ਪਹਿਲੋਂ ਦਾ ਵੀ ਹੋਵੇਗਾ। ਤੇ ਜਿਨ੍ਹਾਂ ਨੇ 84 ਆਪਣੇ ਤਨ ਤੇ ਹੰਡਾਈ ਹੈ, ਉਹ ਬਕਾਇਦਾ ਉਹ ਹਾਲਾਤ ਭਲੀ ਭਾਂਤ ਜਾਣਦੇ ਨੇ। ਸਿੱਖਾਂ ਦੀ ਨਸਲ ਕੁਸ਼ੀ ਹੋਈ ਤੇ ਹੋਈ ਕਿਸ ਤਰੀਕੇ ਨਾਲ ਹੈ। ਖੈਰ, ਉਹਨਾਂ ਸਾਰੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਕੋਟਾਨ-ਕੋਟ ਪ੍ਰਣਾਮ। ਆਉਣ ਵਾਲੇ ਦਿਨਾਂ 'ਚ ਆਪਾਂ ਇਤਿਹਾਸ ਜਿਹੜਾ ਸਮੇਂ ਮੁਤਾਬਕ ਵਿਸਥਾਰ ਨਾਲ ਜਿਤਨਾ ਵੀ ਸਮਾਂ ਮਿਲੇਗਾ ਸਾਂਝਾ ਕਰਦੇ ਚੱਲਾਂਗੇ। ਤੇ ਅੱਜ ਬਾਬਾ ਫਰੀਦ ਜੀ ਦਾ ਜਿਹੜਾ ਜ਼ਿਕਰ ਹੈ, ਉਹਨਾਂ ਕੀਤਾ ਵੀ ਤੇਰੇ ਕੋਲ ਧਨ ਦੌਲਤ ਬਹੁਤ ਹੈ, ਪਰ ਖਿਆਲ ਕਰੀ ਮਰਿਆ ਯਤੀਮ ਬਣ ਕੇ ਨਾ ਮਰੀ, ਮਰੇ ਤੇ ਇੰਨਾ ਕੁ ਖਿਆਲ ਕਰਕੇ ਮਰੀ, ਮਰਨ ਤੋਂ ਬਾਅਦ ਚ ਲੋਕ ਕਹਿਣ ਸੱਚਮੁੱਚ ਰਾਜਾ ਸੀ। ਫਿਰ ਜ਼ਿਕਰ ਕੀਤਾ ਉਹਨੇ ਫਰੀਦਾ, ਕੋਠੇ ਮੰਡਪ ਮਾੜੀਆਂ ਉਸਾਰਿੰਦੇ ਪੀ ਗਏ, ਉਸਾਰਦੇ ਚਲੇ ਗਏ, ਬੜੇ ਮਹਲ ਬੜੀਆਂ ਮਾੜੀਆਂ ਉਸਾਰੀਆਂ, ਕੂੜਾ ਸੌਦਾ ਕਰ ਗਏ, ਸਾਰੀ ਜ਼ਿੰਦਗੀ ਝੂਠਾ ਹੀ ਸੌਦਾ ਕੀਤਾ, ਸੱਚ ਨਹੀਂ ਕੁਛ ਜੋੜਿਆ, ਸਿਰਫ ਝੂਠ ਦਾ ਹੀ ਸੌਦਾ ਕੀਤਾ। ਗੋਰੀ ਆਏ ਪਏ, ਅਖੀਰ ਗੋਰ 'ਚ ਆ ਕੇ ਕਬਰਾਂ 'ਚ ਆ ਕੇ ਪੈ ਗਏ। ਕੋਠੇ ਮੰਡਪ ਮਾੜੀਆਂ, ਸਖਣੀਆਂ ਹੀ ਹੋ ਗਈਆਂ, ਖਾਲੀ ਰਹਿ ਗਈਆਂ, ਉਹਨਾਂ ਨੂੰ ਸਾਂਭਣ ਵਾਲਾ ਵੀ ਕੋਈ ਨਹੀਂ ਰਿਹਾ। ਗੁਰੂ ਸਾਹਿਬ ਕਿਤੇ ਮਿਹਰ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਬਖਸ਼ਿਸ਼ ਭਰਿਆ, ਮਿਹਰ ਭਰਿਆ ਹੱਥ ਰੱਖਣ। ਕਿਤੇ ਮਾਲਕ ਜੀ ਦੀ ਬਖਸ਼ਿਸ਼ ਸਦਕਾ ਸਤਿਗੁਰੂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਜਾਚ ਆ ਜਾਏ, ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਜਾਚ ਆ ਜਾਏ, ਤਾਂ ਜੋ ਅਸੀਂ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਗੁਰੂ ਅੱਗੇ ਅਰਦਾਸ ਹਰ ਵਕਤ ਕਰਦੇ ਰਿਹਾ ਕਰੋ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ,
ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਮਤ ਹੋਈ, ਤਰਸ ਪਿਆ ਮਿਹਰਮਤ ਹੋਈ। ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਰਹਿਮਤ ਵਰਤਾਉਣ, ਸਭਨਾਂ ਦੀਆਂ ਝੋਲੀਆਂ ਆਪਣੇ ਨਾਮ ਦੀ ਦਾਤ ਗੁਰਸਿੱਖੀ ਜੀਵਨ ਨਾਲ ਭਰ ਦੇਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਫਰੀਦਾ ਕੋਠੇ ਮੰਡਪ ਮਾੜੀਆਂ, ਉਸਾਰਿੰਦੇ ਪੀ ਗਏ। ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ